ਬੈਂਗਲੌਰ 'ਚ ਤੁਹਾਨੂੰ ਬਹੁਤ ਮੁਸ਼ਕਿਲ ਨਾਲ ਲੱਭੇਗਾ। ਜੇ ਤੁਹਾਨੂੰ ਲੱਭ ਵੀ ਗਿਆ ਨਾ ਤੇ ਉਹ ਇੱਥੋਂ ਵਾਲੇ ਆਈਲੈਟਸ ਵਾਲੇ ਤੁਹਾਨੂੰ ਰਿਚ ਨਹੀਂ ਲੱਭਣਗੇ। ਜਿਵੇਂ ਆਪਣੇ ਉੱਥੇ ਆਈਲੈਟਸ ਦੀ ਦੁਕਾਨ ਖੋਲ੍ਹ ਲਓ ਤੇ ਤੁਸੀਂ ਲੱਖਾਂ ਕਮਾ ਸਕਦੇ ਹੋ। ਇੱਥੇ ਉਹ ਹਾਲ ਹੈ ਨਹੀਂਗਾ। ਉਹ ਬਾਹਰ ਜਾ ਕੇ ਉਹ ਆਪਣੀ ਪੋਜੀਸ਼ਨ ਨੂੰ ਵੇਖ ਰਿਹਾ ਕਿ ਕੰਟਰੀ 'ਚ ਕੀ ਆ, ਕੀ ਨਵਾਂ ਚੱਲ ਰਿਹਾ, ਕੀ ਟੈਕਨੋਲੋਜੀ ਚੱਲ ਰਿਹਾ। ਹੁਣ ਇਹ 'ਚ ਮਾੜੀ ਚੀਜ਼ ਆ ਕਿ ਜਿਹੜਾ ਆਪਣਾ ਯੂਥ ਆ ਉਹ ਸਿਰਫ ਆਈਲੈਟਸ, ਮੈਨੂੰ ਆਇਲਸ ਕਰਨਾ ਹੈ, ਉਹਨਾਂ ਵਾਸਤੇ 6.5 ਬੈਂਡ ਐਵੇਂ ਹੁੰਦੇ ਜਿਵੇਂ ਮਾਊਂਟ ਐਵਰੈਸਟ ਤੇ ਚੜ੍ਹ ਗਏ। ਤੁਹਾਡਾ ਐਕਸਪੀਰੀਅੰਸ ਮੈਟਰ ਕਰਦਾ ਹੈ। ਫਿਰ ਤੁਸੀਂ ਉਹਦੇ ਬਾਅਦ ਚੋਂ ਗ੍ਰੈਜੂਏਸ਼ਨ ਦੇ ਬਾਅਦ ਚੋਂ ਕੀ ਪੜ੍ਹਾਈਆਂ ਕੀਤੀਆਂ, ਬਹੁਤ ਸਾਰੇ ਸਰਟੀਫਿਕੇਟ ਨੇ, ਬਹੁਤ ਕੁਛ ਹੈ ਜਿੰਨਾ ਤੁਸੀਂ ਡਿਸਾਈਡ ਕਰਦੇ ਤੁਸੀਂ ਕਿੰਨਾ ਕਮਾਉਣਾ। ਤੇ ਕਹਿ ਸਕਦਾ ਕਿ ਇੱਥੇ ਕੋਈ ਲਿਮਿਟ ਨਹੀਂ ਕਮਾਉਣ ਦੀ। ਪਰ ਇੱਥੇ ਮੈਨੂੰ ਇਹੋ ਜਿਹੇ ਲੋਕੀ ਮਿਲੇ, ਇੱਥੋਂ ਦੇ ਲੋਕੀ ਕੀ ਕਰਦੇ ਨੇ, ਉਹ ਆਪਣੀ ਕੁਆਲੀਫਿਕੇਸ਼ਨ ਇੰਨੀ ਵਧਾ ਲੈਂਦੇ ਨੇ ਕਿ ਇੱਥੋਂ PR ਲਵਾਉਂਦੇ ਨੇ। ਤੇ ਉਹ PR 'ਚ ਮੈਕਸਿਮਮ ਕਿੰਨਾ ਲੱਗਦਾ ਕਪਲ ਦਾ? ਮੇਰੇ ਖਿਆਲ ਨਾਲ 1 ਜਾਂ 1.5 ਲੱਖ ਰੁਪਈਆ ਲੱਗਦਾ। ਉਹ 1 ਜਾਂ 1.5 ਲੱਖ ਰੁਪਈਆ 'ਚ ਕੈਨੇਡਾ ਦੀ ਸਰਕਾਰ ਤੋਂ ਇੱਥੇ ਬੈਠੇ PR ਲੈਂਦੇ ਨੇ। ਸਭ ਤੋਂ ਵੱਧ ਜਿਹੜਾ ਪੰਜਾਬ ਦੇ ਵਿੱਚ ਕਰਪਸ਼ਨ ਹੁੰਦੀ ਆ ਉਹ ਕੰਸਟਰਕਸ਼ਨ ਦੇ ਕੰਮ 'ਚ ਹੁੰਦੀ ਆ। ਕਹਿਣਗੇ ਅਸੀਂ ਅਜਿਹੀ ਹਸਪੀਟਲ ਬਣਾਤਾ ਪਰ ਉਹਦੇ ਡਾਕਟਰਾਂ ਦੀਆਂ ਭਰਤੀਆਂ ਹੀ ਨਹੀਂ ਹੋ ਰਹੀਆਂ। ਵੀ ਦੱਸ ਉੱਥੇ ਮੁੜ ਕੇ ਡੰਗਰ ਖਾਂਦੇ ਰਹਿੰਦੇ ਆ, ਝੋਟੇ ਖਾਂਦੇ ਰਹਿੰਦੇ ਆ। ਉਹਨਾਂ ਜ਼ਮਾਨਾ ਆ ਚੁੱਕਿਆ ਕਿ ਆਪਾਂ ਸਰਕਾਰ ਨੂੰ ਵੀ ਕੁਐਸਚਨ ਤਾਂ ਕਰਾਂਗੇ ਜੇ ਆਪਾਂ ਨੂੰ ਪਤਾ ਹੋਏ ਕਿ ਆਪਾਂ ਨੂੰ ਸਰਕਾਰ ਨੂੰ ਕੁਐਸਚਨ ਕਰਨਾ ਹੈ। ਹੁਣ ਅੱਜ ਕੱਲ੍ਹ ਲੋਕੀ ਕੀ ਸੋਚਦੇ ਕਿ ਫਲਾਣਾ ਮੇਰੇ ਬਾਰੇ ਕੀ ਸੋਚਣ ਡਿਆ ਏ, ਮੈਂ ਉੱਥੇ ਕਿਹੜਾ ਸੂਟ ਪਾਉਣਾ ਏ, ਮੈਨੂੰ ਉਹਨੇ ਤੇ ਐਵੇਂ ਆਖ ਦਿੱਤਾ ਸੀ। ਜਦੋਂ ਤੁਸੀਂ ਆਪਣੀ ਸਾਰੀ એનર્ਜੀ ਲੋਕਾਂ 'ਚ ਵੇਸਟ ਕਰ ਦੋਗੇ ਤੁਹਾਡੇ ਕੋਲ ਆਪਣੇ ਜੋਗਾ ਨਹੀਂ ਰਹਿੰਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਬੰਗਲੌਰ ਦੇ ਵਿੱਚ ਹਾਂ। ਬੰਗਲੌਰ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪੰਜਾਬੀ ਰਹਿੰਦੇ ਆ, ਠੀਕ ਹੈ, ਕਿਉਂਕਿ ਇੱਕ ਤਰ੍ਹਾਂ ਦਾ IT ਸੈਕਟਰ ਮੰਨਿਆ ਜਾਂਦਾ ਬੰਗਲੌਰ ਨੂੰ। ਤੇ ਲਗਭਗ ਜਿਹੜਾ ਹੈਗਾ ਹਰ ਖੇਤਰ ਪੰਜਾਬ ਦਾ ਆਪਾਂ ਕਹੀਏ ਜਾਂ ਭਾਰਤ ਦੇ ਕੋਨੇ ਦੇ ਵਿੱਚੋਂ ਜਿਹੜੇ ਹੈਗੇ ਆਪਾਂ ਕਹੀਏ ਪੋਟੈਂਸ਼ੀਅਲ ਜਿਨ੍ਹਾਂ ਦੇ ਵਿੱਚ ਹੁੰਦੇ ਆ ਯੰਗ ਬੁਆਏ, ਯੰਗ ਗਰਲਜ਼ ਇੱਥੇ ਆ ਕੇ ਆਪਦੀ ਰੋਜੀ ਰੋਟੀ ਕਮਾਉਂਦੇ ਆ। ਤੇ ਆਪਾਂ ਅੱਜ ਪੰਜਾਬੀ ਤੁਹਾਨੂੰ ਮੈਂ ਕਿਸ ਤਰ੍ਹਾਂ ਇੱਥੇ ਸਰਵਾਈਵ ਕਰਦੇ ਉਹਦੇ ਬਾਰੇ ਦਿਖਾਉਣਾ। ਜਿੱਥੇ ਆਪਾਂ ਕਹੀਏ ਪੰਜਾਬ ਦਾ ਯੂਥ ਆ ਜਿਹੜਾ ਮਾਈਗ੍ਰੇਟ ਹੋ ਰਿਹਾ। ਅੱਜ ਕੱਲ੍ਹ +2 ਤੋਂ ਬਾਅਦ ਕੋਈ ਕਿਤਾਬ ਚੱਕਣ ਨੂੰ ਤਿਆਰ ਨਹੀਂ। +2 ਵੀ ਮੇਰੇ ਵਰਗਾ ਹਾਰਿਆ ਹੰਭਾਏ ਕਰਦਾ ਵੀ ਯਾਰ ਕਿਸੇ ਤਰੀਕੇ ਨਾਲ 12 ਹੋਣ ਤੇ ਕਦੋਂ ਜਿਹੜਾ ਆਇਲਸ ਦੀਆਂ ਕਲਾਸਾਂ ਲੱਗ ਗਏ ਤੇ ਅਸੀਂ ਜਿਹੜਾ ਹੈਗਾ ਜਹਾਜ਼ ਫੜ ਗਏ ਤੇ ਕੈਨੇਡਾ ਜਾ ਕੇ ਕੋਈ ਬੇਰੀਆਂ ਤੋੜ ਗਏ, ਟਰੱਕ ਚਲਾ ਗਏ ਜਾਂ ਦਿਹਾੜੀਆਂ ਕਰ ਗਏ। ਕਿਉਂ ਸਾਡਾ ਸਾਰਾ ਕੁਝ ਜਿਹੜਾ ਖਤਮ ਹੋਈ ਜਾਂਦਾ? ਕੀ ਇੰਡੀਆ ਦੇ ਵਿੱਚ ਜਾਂ ਆਪਾਂ ਰਹਿ ਕੇ ਕੀ ਅਸੀਂ ਕਮਾ ਨਹੀਂ ਸਕਦੇ, ਜਾਂ ਸਾਨੂੰ ਹੁਣ ਇੱਕ ਈਜੀ ਲੱਗਦਾ ਬਾਹਰ ਜਾਣਾ ਕੋਈ ਬੁਰੀ ਗੱਲ ਨਹੀਂ। ਜੇਕਰ ਸ਼ਾਇਦ ਪੰਜਾਬ ਦੇ ਲੋਕ ਬਾਹਰ ਨਾ ਗਏ ਹੁੰਦੇ ਤਾਂ ਸ਼ਾਇਦ ਅਸੀਂ ਜਿਹੜਾ ਪ੍ਰੈਸ਼ਰ ਬਿਲਡ ਆਪਾਂ ਨਾ ਕਰ ਪਾਉਂਦੇ, ਸ਼ਾਇਦ ਕਿਸਾਨ ਅੰਦੋਲਨ ਵੀ ਨਾ ਚੱਲਦਾ, ਹੋ ਸਕਦਾ ਸਾਡਾ ਪੰਜਾਬ ਵੀ ਨਾ ਚੱਲਦਾ। ਕਿਉਂਕਿ ਪੰਜਾਬ ਦੀ ਆਰਥਿਕਤਾ ਦਾ ਆਪਾਂ ਕਹਿ ਸਕਦੇ ਹਾਂ ਹਰ ਦੂਜਾ ਘਰ ਆ ਜਿਹੜਾ ਉਹਨੂੰ ਕਿਤੇ ਨਾ ਕਿਤੇ ਤਰੀਕੇ ਨਾਲ ਜਿਹੜੀ ਹੈਗੀ ਆ ਫਾਈਨੈਂਸ਼ੀਅਲੀ ਸਪੋਰਟ ਆ ਉਹ ਬਾਹਰ ਆਉਂਦੀ ਹੈ। ਪਰ ਫਿਰ ਵੀ ਜਿਹੜਾ ਇੱਥੇ ਮੈਂ ਆਇਆ ਸੀ ਬੰਗਲੌਰ ਦੇ ਵਿੱਚ, ਇਹ ਸਾਡੇ ਮੇਰੇ ਜਿਹੜਾ ਇੱਕ ਫੈਮਿਲੀ ਆ, ਫਰੈਂਡ ਇੱਥੇ ਜਿਹੜਾ ਹੈਗਾ ਕਪਲ ਰਹਿੰਦਾ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਹਜੇ ਪੜ੍ਹਦੇ ਆ, ਕੀ ਪੜ੍ਹਦੇ ਆ ਤੇ ਜਿਹੜਾ ਹੈਗਾ ਕਿਸ ਤਰ੍ਹਾਂ ਦੀ ਜੌਬ ਕਰਦੇ ਆ। ਕਿਉਂਕਿ ਬੰਗਲੌਰ ਵਰਗੀ ਜਿਹੜੀ ਮੈਟਰੋ ਸਿਟੀ ਦੇ ਵਿੱਚ ਸਰਵਾਈਵ ਕਰਨਾ ਬਹੁਤ ਡਿਫੀਕਲਟ ਹੈ, ਠੀਕ ਹੈ। ਤੇ ਲਗਾਤਾਰ ਇੰਨੀਆਂ ਕਿਤਾਬਾਂ ਹਜੇ ਵੀ ਜਿਹੜਾ ਪੜ੍ਹਨਾ ਤੇ ਕੀ ਹੈ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਥੇ ਗੱਲਬਾਤ ਕਰਦੇ ਹਾਂ। ਮੇਰੇ ਨਾਲ ਇਸ ਵਕਤ ਇੱਥੇ ਬੈਠੇ ਨੇ ਤੇ ਨਾਂ ਤੁਹਾਨੂੰ ਮੈਂ ਤਾਂ ਜਾਣਦਾ, ਚੱਲ ਤੁਹਾਡਾ ਨਾਂ ਇੰਟਰੋਡਿਊਸ ਕਰਾ ਦੇਣਾ। ਬਾਈ ਆਪਣਾ ਕਿਹੜਾ ਨਾਮ ਹੈ ਤੇ ਕਿੱਥੋਂ ਬਿਲੋਂਗ ਕਰ? ਮੇਰਾ ਨਾਮ ਮਨਜੋਤ ਸਿੰਘ ਆ। ਅਸੀਂ ਉੱਤਰਾਖੰਡ ਦੇ ਰਹਿਣ ਵਾਲੇ ਹਾਂ ਤੇ ਅਸੀਂ ਆਪਣੀ ਸਾਰੀ ਐਜੂਕੇਸ਼ਨ ਵੀ ਉੱਥੇ ਕੀਤੀ ਹੈ ਤੇ ਫਿਲਹਾਲ ਇੱਥੇ ਮੈਂ ਜੌਬ ਕਰ ਰਿਹਾ ਐਜ਼ ਐਨ IT ਇੰਜੀਨੀਅਰ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜਾ ਹੈਗਾ ਬੰਗਲੌਰ ਦੇ ਵਿੱਚ? ਬੈਂਗਲੌਰ 'ਚ ਰਹਿੰਦੇ ਹੋਏ ਤੇ 3 ਸਾਲ ਹੋਏ ਆ ਐਗਜ਼ੈਕਟਲੀ, ਬਟ ਉਸ ਤੋਂ ਪਹਿਲਾਂ ਵੀ ਅਸੀਂ ਬੈਂਗਲੌਰ ਆਉਣਾ ਬਹੁਤ ਹੁੰਦਾ ਸੀ ਕੰਮ ਦੇ ਸਿਲਸਿਲੇ 'ਚ। ਤੇ ਬਾਕੀ ਪਾਰਟਸ ਆਫ ਕੰਟਰੀ ਤੇ ਕੰਟਰੀ ਤੋਂ ਬਾਹਰ ਵੀ ਜਾਣਾ ਬਹੁਤ ਹੁੰਦਾ ਸੀ ਕੰਮ ਤੋਂ। ਤੇ ਫਿਲਹਾਲ ਇਸ ਟਾਈਮ ਤੇ ਬੈਂਗਲੌਰ ਹੀ ਆ। ਇੱਕ ਨਾ ਬੇਸਿਕਲੀ ਇਹ ਵੀ ਆਪਾਂ ਕਹੀਏ ਵੀ ਬੰਗਲੌਰ ਹੈ, ਬੰਗਲੌਰ ਦੇ ਵਿੱਚ ਬੰਦਾ ਜਿਹੜਾ ਹੈਗਾ ਤੁਸੀਂ IT ਸੈਕਟਰ ਦੇ ਵਿੱਚ ਹੈ ਨਾ, IT ਸੈਕਟਰ ਬਹੁਤ ਗਰੋ ਵੀ ਕੀਤਾ ਇੰਡੀਆ ਦੇ ਵਿੱਚ ਦੇਖਿਆ ਜਾਵੇ। ਕਿਸ ਤਰ੍ਹਾਂ ਦਾ ਜਿਹੜਾ ਫਿਊਚਰ ਆ ਆਪਾਂ ਕਹੀਏ ਜੇਕਰ ਕਿਸੇ ਨੂੰ ਕੰਮ ਆਉਂਦਾ, ਇੱਕ ਤਾਂ ਡਿਗਰੀਆਂ ਨਹੀਂ ਕੰਮ ਆਉਂਦਾ ਤਾਂ ਕੀ ਹੁੰਦਾ? ਦੇਖੋ ਜੀ, ਜੋ IT ਹੈ ਇੰਡੀਆ ਦਾ IT ਸੈਕਟਰ ਸਿਰਫ ਬੈਂਗਲੌਰ 'ਚ ਹੀ ਨਹੀਂ, ਪੂਰੇ ਆਪਾਂ ਕਹਿ ਸਕਦੇ ਪੂਰੇ ਏਸ਼ੀਆ 'ਚ ਜਾਂ ਪੂਰੀ ਵਰਲਡ 'ਚ ਵੀ ਇੰਡੀਆ ਟੌਪ ਕੰਟਰੀਜ਼ 'ਚ ਹੁੰਦਾ। ਅਗਰ ਕਹਿ ਦਿਓ ਕਿ US ਜਾਂ ਕੁਝ ਕੰਟਰੀ ਛੱਡ ਦਿਓ ਤੁਸੀਂ, ਇਜ਼ਰਾਈਲ ਵਗੈਰਾ, ਤੇ ਉਹਦੇ ਬਾਅਦ 'ਚੋਂ ਇੰਡੀਆ ਹੀ ਹੈ ਜਿਹੜਾ ਸਭ ਤੋਂ ਟੌਪ 'ਚ ਹੁੰਦਾ IT ਸਰਵਿਸਿਜ਼ ਤੇ IT ਸੈਕਟਰ ਵਿੱਚ, ਰਾਈਟ। ਤੇ IT ਵਿੱਚ ਬਹੁਤ ਓਪਰਚੁਨਿਟੀਜ਼ ਨੇ ਤੇ IT ਤੋਂ ਇਲਾਵਾ ਵੀ ਬਹੁਤ ਸਾਰੇ ਸੈਕਟਰ ਨੇ ਜਿਹਨਾਂ 'ਚ ਓਪਰਚੁਨਿਟੀਜ਼ ਹੈਗੀਆਂ ਨੇ, ਹੈ ਨਾ। ਤੇ ਅਗਰ ਆਪਾਂ ਚਾਹੀਏ ਤਾਂ ਜਸਟ ਆਪਣਾ ਹਾਰਡ ਵਰਕ ਹੈ ਨਾ, ਆਪਾਂ ਅਗਰ ਸਹੀ ਤਰੀਕੇ ਨਾਲ ਪੜ੍ਹਾਈ ਕਰ ਰਹੇ ਹਾਂ, ਸਹੀ ਡਾਇਰੈਕਸ਼ਨ 'ਚ ਕਰ ਰਹੇ ਹਾਂ, ਤੇ ਆਪਾਂ ਇੱਥੇ ਵੀ ਸਭ ਕੁਝ ਅਚੀਵ ਕਰ ਸਕਦੇ ਹਾਂ।
ਜਦੋਂ ਅੱਜ ਕੱਲ ਸ਼ਾਇਦ ਤੁਹਾਨੂੰ ਪਤਾ ਹੋਣਾ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਯੂਥ ਮਾਈਗ੍ਰੇਟ ਹੁੰਦਾ ਯਾਰ, ਬੰਗਲੌਰ ਦੇ ਵਿੱਚ ਕਿੰਨੇ ਆਈਲੈਟਸ ਸੈਂਟਰ ਹੈ? ਬੈਂਗਲੌਰ 'ਚ ਤੁਹਾਨੂੰ ਬਹੁਤ ਮੁਸ਼ਕਿਲ ਨਾਲ ਲੱਭੇਗਾ। ਜੇ ਤੁਹਾਨੂੰ ਲੱਭ ਵੀ ਗਿਆ ਨਾ ਤੇ ਉਹ ਇੱਥੋਂ ਵਾਲੇ ਆਈਲੈਟਸ ਵਾਲੇ ਤੁਹਾਨੂੰ ਰਿਚ ਨਹੀਂ ਲੱਭਣਗੇ। ਜਿਵੇਂ ਆਪਣੇ ਉੱਥੇ ਆਈਲੈਟਸ ਦੀ ਦੁਕਾਨ ਖੋਲ੍ਹ ਲਓ ਤੇ ਤੁਸੀਂ ਲੱਖਾਂ ਕਮਾ ਸਕਦੇ ਹੋ। ਇੱਥੇ ਉਹ ਹਾਲ ਹੈ ਨਹੀਂਗਾ, ਠੀਕ। ਇੱਥੇ ਇੰਗਲਿਸ਼ ਇੰਨਾ ਵੱਡਾ ਕੋਈ ਕ੍ਰਾਈਟੇਰੀਆ ਨਹੀਂਗਾ ਐਸ ਸੱਚ, ਔਰ ਬਾਹਰ ਜਾਣ ਦਾ ਕਰੇਜ ਨਹੀਂਗਾ। ਜਾਂਦੇ ਨੇ ਲੋਕ, ਮੇਰੇ ਬਹੁਤ ਸਾਰੇ ਨਾਲ ਦੇ ਕਲੀਗ ਗਏ ਨੇ, ਪਰ ਆਲਰੇਡੀ ਇੱਥੇ ਐਕਸਪੀਰੀਅੰਸ ਬਹੁਤ ਸਾਰਾ ਲੈ ਕੇ, ਬਹੁਤ ਕੁਆਲੀਫਿਕੇਸ਼ਨ ਲੈ ਕੇ ਗਏ ਨੇ, ਤੇ ਉੱਥੇ ਜਾ ਕੇ ਉਹ ਉਸੇ ਟਾਈਮ ਨਾਲ ਉਸ ਟਾਈਪ ਨਾਲ ਵਾਈਟ ਕਾਲਰ ਜੌਬਸ ਕਰਦੇ ਆ। ਮਤਲਬ ਕਿ ਉਹ ਇੱਥੋਂ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਜਾਂ ਪਰਮਾਨੈਂਟ ਰੈਜ਼ੀਡੈਂਸ ਜਾਂ ਜਿਹਨੂੰ PR ਕਹਿ ਕੇ ਹੋ ਕੇ ਗਏ ਆ, ਜਾਂ ਆਪਾਂ ਕਹਿ ਸਿਟੀਜ਼ਨ, ਕੋਈ ਇਸ ਤਰ੍ਹਾਂ ਦਾ। ਹਾਂਜੀ, ਤੇ ਉਹ ਇੱਥੋਂ ਵੀ PR ਅਪਲਾਈ ਕਰਦੇ ਆ, ਹੈ ਨਾ। ਜਿਹਦੇ ਕੋਈ ਅੱਛਾ ਐਕਸਪੀਰੀਅੰਸ ਜਾਂ ਉਹਦੇ ਪੁਆਇੰਟਸ ਪੂਰੇ ਆ, ਉਹ ਇੱਥੋਂ PR ਅਪਲਾਈ ਕਰਕੇ ਚਲੇ ਜਾਂਦੇ ਆ। ਬਹੁਤ ਸਾਰੇ ਫਰੈਂਡਸ ਨੇ ਮੇਰੇ ਇਹੋ ਜਿਹੇ। ਜੇਕਰ ਮੰਨ ਲਓ ਇੰਡੀਆ ਦੇ ਵਿੱਚ ਜੇ ਆਪਾਂ ਇੱਥੇ ਆ, ਹੈ ਨਾ, ਤੁਸੀਂ ਜਿਹੜਾ ਹੈਗਾ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਮੈਂ BSc IT ਕੀਤੀ ਹੈ ਜੀ। ਤੁਸੀਂ BSc IT ਕੀਤੀ, ਲਗਭਗ ਮੈਂ ਕਹਿੰਦਾ ਪੰਜਾਬ ਦੇ ਵਿੱਚ ਬਹੁਤ ਕਾਲਜ ਆ BSc IT ਕੀਤੀਆਂ ਬਹੁਤ ਹੁੰਦੇ ਆ ਯਾਰ। ਮੈਨੂੰ ਜਿਹੜਾ ਹੈਗਾ ਜੋ ਕਿੰਨਾ ਕੁ ਰੁਪਇਆ ਬੰਦਾ ਕਮਾ ਸਕਦਾ ਇੱਕ, ਜੇ ਮੰਨ ਲਓ ਆਪਾਂ ਕਹੀਏ ਜੇ ਤੁਸੀਂ ਆਪਣੇ ਹਿਸਾਬ ਨਾਲ ਕਹੋ ਵੀ ਐਵਰੇਜ ਜੇ ਅਗੇਨ BSc ਇੱਥੇ ਵੇਖੋ ਜੀ, ਗ੍ਰੈਜੂਏਸ਼ਨ ਨਾਲ ਤੁਹਾਡਾ ਕਮਾਉਣਾ ਤੈਅ ਨਹੀਂ ਹੁੰਦਾ। ਸਭ ਤੋਂ ਪਹਿਲੀ ਗੱਲ ਹੈ ਨਾ, ਤੁਹਾਡਾ ਐਕਸਪੀਰੀਅੰਸ ਮੈਟਰ ਕਰਦਾ ਹੈ। ਫਿਰ ਤੁਸੀਂ ਉਹਦੇ ਬਾਅਦ ਚੋਂ ਗ੍ਰੈਜੂਏਸ਼ਨ ਦੇ ਬਾਅਦ ਚੋਂ ਕੀ ਪੜ੍ਹਾਈਆਂ ਕੀਤੀਆਂ, ਬਹੁਤ ਸਾਰੇ ਸਰਟੀਫਿਕੇਟ ਨੇ, ਬਹੁਤ ਕੁਛ ਹੈ ਜਿੰਨਾ ਤੁਸੀਂ ਡਿਸਾਈਡ ਕਰਦੇ ਤੁਸੀਂ ਕਿੰਨਾ ਕਮਾਉਣਾ। ਤੇ ਕਹਿ ਸਕਦਾ ਕਿ ਇੱਥੇ ਕੋਈ ਲਿਮਿਟ ਨਹੀਂ ਕਮਾਉਣ ਦੀ, ਹੈ ਨਾ। ਇੱਥੇ ਵੀ ਇੰਡੀਆ 'ਚ ਵੀ ਆ ਕੋਈ ਲੋਕ ਜਿਹੜੇ ਮੈਂ ਜਾਣਦਾ ਹਾਂ ਨਾ, $1000 ਵੀ ਲੈਂਦੇ ਨੇ, ਠੀਕ ਹੈ। ਇੱਕ ਦਿਨ ਦੇ ਵੀ ਲੈ ਰਹੇ ਨੇ ਲੋਕ, ਠੀਕ ਹੈ। $500 $1000 ਵਾਲੇ ਲੋਕ ਵੀ ਹੈਗੇ ਨੇ ਇੱਥੇ। ਤੁਸੀਂ ਕਹਿੰਦੇ ਵੀ ਇੱਕ ਦਿਨ ਦਾ ਜਿਹੜਾ 50 ਤੋਂ 70 ਹਜ਼ਾਰ ਰੁਪਇਆ ਜਿਹੜਾ ਕਮਾਇਆ ਜਾ ਸਕਦਾ। ਬਿਲਕੁਲ, ਉਹਨਾਂ ਦੀ ਕੁਆਲੀਫਿਕੇਸ਼ਨ ਹੈ, ਐਕਸਪੀਰੀਅੰਸ ਹੈ ਉਹਨਾਂ ਦਾ ਇੰਨਾ, ਉਹਨਾਂ ਨੇ ਉਸ ਲੈਵਲ ਦੀ ਪੜ੍ਹਾਈਆਂ ਕੀਤੀਆਂ ਨੇ। ਇਹ ਜਿਹੜਾ ਆਪਾਂ ਕਹੀਏ ਜੇ ਐਵਰੇਜ ਬੰਦਾ, ਜੇਕਰ ਮੰਨ ਲਓ ਕੋਈ ਬੰਦਾ ਹੈ ਨਾ ਕੰਮ ਕਰਦਾ ਅੱਛੇ ਤਰੀਕੇ ਨਾਲ ਕਰਦਾ, ਕੀ ਕਹਿ ਸਕਦੇ ਵੀ ਉਹ ਮੰਨ ਲਓ ਲੱਖਾਂ, ਮੰਨ ਲਓ 1 ਲੱਖ ਤੋਂ ਉੱਤੇ ਕਮਾ ਸਕਦਾ ਆਰਾਮ ਨਾਲ। ਈਵਨ ਕਿ ਅੱਜ ਕੱਲ੍ਹ ਤੇ ਜਿਹੜੇ ਚੰਗੀ ਜਗ੍ਹਾ ਤੋਂ ਪੜ੍ਹ ਕੇ ਕੋਈ ਫਰੈਸ਼ਰਸ ਆ ਰਹੇ ਨੇ, ਜਿਹੜੇ ਨਵੇਂ ਬੱਚੇ ਵੀ ਆ ਰਹੇ ਆ, ਉਹਨਾਂ ਦੀ ਵੀ ਆਰਾਮ ਨਾਲ 50-60 ਹਜ਼ਾਰ 70 ਹਜ਼ਾਰ 1 ਲੱਖ ਸੈਲਰੀ ਹੈਗੀ ਆ, ਉਹ ਵੀ ਲੈ ਰਹੇ ਨੇ ਇੰਨਾ ਪੈਸਾ। ਪਰ ਉਹੀ ਗੱਲ ਹੈ ਨਾ, ਤੁਸੀਂ ਮੇਕ ਸ਼ੋਰ ਕਰੋ ਤੁਸੀਂ ਉਸ ਲੈਵਲ ਦੀ ਪੜ੍ਹਾਈ ਕਰੋ, ਹੈ ਨਾ। ਤੇ ਜੇ ਤੁਸੀਂ ਨਹੀਂ ਕੀਤੀ ਤੇ ਫਿਰ ਉਹੀ ਗੱਲ ਹੈ ਕਿ ਜਸਟ ਫਾਰਮੈਲਿਟੀ ਕਰਨ ਲਈ ਕੀਤਾ ਤੇ ਫਿਰ ਉਹ ਨਹੀਂ ਅਚੀਵ ਹੋ ਸਕਦਾ। ਤੇ ਇੱਧਰ ਰਮਨੀਕ ਕੀ ਹੁਣ ਅੱਜ ਕੱਲ੍ਹ ਕੀ ਪੜ੍ਹਦੇ ਹੋ? ਭਾਜੀ ਅੱਜ ਕੱਲ੍ਹ ਮੈਂ ਲਾਅ ਕਰ ਰਹੀ ਹਾਂ। ਮੈਂ ਹੁਣ 3rd ਈਅਰ 'ਚ ਆ ਜਾਣਾ, ਮੇਰਾ ਫਾਈਨਲ ਈਅਰ ਹੋਣਾ ਹੈ। ਲਗਾਤਾਰ ਰਮਨੀਕ ਦੇਖਿਆ ਹੋਣਾ ਜਿਵੇਂ ਪੰਜਾਬ ਦੇ ਵਿੱਚ ਯੂਥ ਮਾਈਗ੍ਰੇਟ ਹੁੰਦਾ, ਲਗਾਤਾਰ ਆਪਾਂ ਕਹੀਏ ਬਾਹਰ ਦੇ ਹੈ ਨਾ ਦੇਸ਼ਾਂ 'ਚ ਜਾਂਦਾ। ਕੀ ਲੱਗਦਾ ਵੀ ਜਦੋਂ ਬੱਚਾ +2 ਤੋਂ ਬਾਅਦ ਹੀ ਚਲਾ ਜਾਂਦਾ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਪੋਜ਼ਿਟਿਵ ਵੇ ਦੇਖਦੇ ਹੋ, ਨੈਗੇਟਿਵ ਵੇ ਦੇਖਦੇ ਹੋ? ਕੀ ਉਹਦੇ ਜਿਹੜਾ ਹੈਗਾ ਅਪ ਡਾਊਨ ਆ? ਭਾਜੀ ਮੈਨੂੰ ਬਹੁਤ ਪੋਜ਼ਿਟਿਵ ਐਂਡ ਨੈਗੇਟਿਵ ਵੇਖਦੀ ਹਾਂ। ਪੋਜ਼ਿਟਿਵ ਐਵੇਂ ਵੇਖਦੀ ਹਾਂ ਕਿ ਸਾਡਾ ਜਿਹੜਾ ਯੂਥ ਹੈ ਉਹਨੂੰ ਇੰਟਰਨੈਸ਼ਨਲ ਐਕਸਪੋਜ਼ਰ ਹੋ ਰਿਹਾ, ਉਹ ਬਾਹਰ ਜਾ ਕੇ ਉਹ ਆਪਣੀ ਪੋਜੀਸ਼ਨ ਨੂੰ ਵੇਖ ਰਿਹਾ ਕਿ ਕੰਟਰੀ 'ਚ ਕੀ ਆ, ਕੀ ਨਵਾਂ ਚੱਲ ਰਿਹਾ, ਕੀ ਟੈਕਨੋਲੋਜੀ ਚੱਲ ਰਿਹਾ। ਹੁਣ ਇਹ 'ਚ ਮਾੜੀ ਚੀਜ਼ ਆ ਕਿ ਜਿਹੜਾ ਆਪਣਾ ਯੂਥ ਆ ਉਹ ਸਿਰਫ ਆਈਲੈਟਸ, ਮੈਨੂੰ ਆਇਲਸ ਕਰਨਾ ਹੈ, ਉਹਨਾਂ ਵਾਸਤੇ 6.5 ਬੈਂਡ ਐਵੇਂ ਹੁੰਦੇ ਜਿਵੇਂ ਮਾਊਂਟ ਐਵਰੈਸਟ ਤੇ ਚੜ੍ਹ ਗਏ, ਹੈ ਨਾ। ਉਹਦੇ ਬਾਅਦ 'ਚੋਂ ਉਹ ਅੱਗੇ ਨਹੀਂ ਸੋਚਦੇ ਅਸੀਂ ਕੋਈ ਵੋਕੇਸ਼ਨ ਸਟੱਡੀ ਕੁਛ ਪੜ੍ਹ ਕੇ ਜਾਈਏ ਤਾਂ ਕਿ ਉੱਥੇ ਜਾ ਕੇ ਸਾਨੂੰ ਬੁਰਾ ਨਾ ਮੰਨਿਓ ਪਲੀਜ਼, ਪਰ ਉੱਥੇ ਸਾਨੂੰ ਜਾ ਕੇ ਟੋਇਲਟਾਂ ਸਾਫ਼ ਕਰਨੀਆਂ ਪੈਣੀਆਂ ਸਾਡੇ ਯੂਥ ਨੂੰ ਉੱਥੇ ਜਾ ਕੇ, ਕਿਉਂਕਿ ਇੱਥੋਂ ਤੁਸੀਂ ਸਿੱਖ ਕੇ ਨਹੀਂ ਜਾ ਰਹੇ ਹੋ। ਤੁਹਾਡੇ ਵਾਸਤੇ ਆਇਲਸ ਇੱਕ ਹੈਗਾ ਹੈ ਕਿ ਫਾਈਨਲ ਮੁਕਾਮ ਉਹੀ ਆ, ਪਰ ਉੱਥੇ ਜਾ ਕੇ ਮੇਰੇ ਵੀ ਕਈ ਹੈਗੇ ਨੇ ਜਿਹੜੇ ਮੇਰੇ ਬ੍ਰਦਰ ਵੀ ਉੱਥੇ ਕੈਨੇਡਾ ਸਟੱਡੀ ਕਰਦਾ ਹੈ। ਮੈਂ ਉਹਨੂੰ ਜਾਣ ਤੋਂ ਪਹਿਲਾਂ ਆਹੋ ਹੀ ਆਖਿਆ ਸੀ, ਮੈਂ ਆ ਨਾ ਸੋਚੀ ਕਿ ਤੂੰ ਜਾ ਕੇ ਉੱਥੇ ਸਿਰਫ ਬਾਅਦ 'ਚੋਂ PR ਲੈਣੀ ਆ। PR ਗੋਲ ਨਹੀਂ ਗਾ, ਉਤੋਂ ਵੀ ਵੱਡਾ ਸੋਚੋ, ਹੈ ਨਾ। ਅਤੇ ਉਹਦੇ ਨਾਲ ਦੇ ਹੁਣ ਜਿਹੜੇ ਫਰੈਂਡਸ ਨੇ ਜਿਹੜੇ ਆਪਣੇ ਪੰਜਾਬ ਤੋਂ ਆਏ ਨੇ, ਉਹ ਆਂਦੇ ਹੁਣ PR ਮਿਲ ਗਿਆ, ਆਂਦੇ ਹੁਣ ਕੀ, ਸਾਨੂੰ ਪਤਾ ਹੀ ਨਹੀਂ ਗਾ ਅੱਗੇ ਅਸੀਂ ਕਰਨਾ ਕੀ ਜ਼ਿੰਦਗੀ 'ਚ। ਅਤੇ ਉਹੋ ਹੀ ਆ ਕਿ ਤੁਸੀਂ ਇੱਥੋਂ ਆਪਣਾ ਮੁਕਾਮ ਬਣਾ ਕੇ ਜਾ ਸਕਦੇ ਹੋ। ਮੈਂ ਹੁਣ ਇੱਥੇ ਬੈਂਗਲੌਰ 'ਚ ਹਾਂ, ਇੱਥੇ ਮੈਂ ਤਾਂ ਖੈਰ ਪਹਿਲਾਂ BSc ਨਰਸਿੰਗ ਕੀਤੀ ਸੀ, ਉਹਦੇ ਬਾਅਦ 'ਚੋਂ ਮੈਂ ਆਪਣਾ ਗੋਲਡਸ ਜਿਮ 'ਚ ਸਰਟੀਫਾਈਡ ਟ੍ਰੇਨਰ ਰਹੀ ਹਾਂ ਪ੍ਰੀਮੀਅਮ ਲੈਵਲ 'ਤੇ ਸਭ ਕੁਛ। ਪਰ ਇੱਥੇ ਮੈਨੂੰ ਇਹੋ ਜਿਹੇ ਲੋਕ ਮਿਲੇ, ਇੱਥੋਂ ਦੇ ਲੋਕ ਕੀ ਕਰਦੇ ਨੇ, ਉਹ ਆਪਣੀ ਕੁਆਲੀਫਿਕੇਸ਼ਨ ਇੰਨੀ ਵਧਾ ਲੈਂਦੇ ਨੇ ਕਿ ਇੱਥੋਂ PR ਲਵਾਉਂਦੇ ਨੇ। ਅਤੇ ਉਹ PR 'ਚ ਮੈਕਸੀਮਮ ਕਿੰਨਾ ਲੱਗਦਾ ਕਪਲ ਦਾ, ਮੇਰੇ ਖਿਆਲ ਨਾਲ 1 ਜਾਂ 1.5 ਲੱਖ ਰੁਪਈਆ ਲੱਗਦਾ। ਉਹ 1 ਜਾਂ 1.5 ਲੱਖ ਰੁਪਈਆ 'ਚ ਕੈਨੇਡਾ ਦੀ ਸਰਕਾਰ ਤੋਂ ਇੱਥੇ ਬੈਠੇ PR ਲੈਂਦੇ ਨੇ, ਅਤੇ ਫਿਰ ਉਹਦੇ ਬਾਅਦ 'ਚੋਂ ਜਾਂਦੇ ਨੇ। ਜਦੋਂ ਮੈਨੂੰ ਸ਼ੁਰੂ ਤੋਂ ਆ ਪਤਾ ਚੱਲੇ ਹੀ ਆਇਲਸ ਕਰਨਾ ਹੀ ਉਹ, ਸੋ ਮੈਨੂੰ ਲੱਗਦਾ ਹੀ ਆ ਇੰਨੀ ਵੱਡੀ ਚੀਜ਼ ਨਹੀਂ ਹੈਗੀ। ਅਤੇ ਮੈਂ ਉਸ ਦਿਨ ਹੀ ਆਪਣੇ ਪੇਰੈਂਟਸ ਨੂੰ ਆਖਤਾ ਹੀ, ਮਨਜੋਤ ਨੂੰ, ਆਪਣੇ ਹਸਬੈਂਡ ਨੂੰ ਆਖਤਾ ਸੀਗਾ ਕਿ ਮੈਂ ਆਹ ਕੰਮ ਨਹੀਂ ਕਰਨਾ ਹੈਗਾ ਕਿ ਉੱਥੇ ਜਾ ਕੇ PR ਲੈਣੀ ਆ। ਮੇਰਾ ਵਾਹਿਗੁਰੂ ਨੇ ਅਗਰ ਚਾਹਿਆ ਤਾਂ ਮੈਂ ਇੱਥੋਂ PR ਲੈ ਕੇ ਜਾਊਂਗੀ ਅਗਰ ਜਾਣਾ ਹੋਇਆ, ਨਹੀਂ ਤਾਂ ਫਿਰ ਮੈਂ ਇੱਥੇ ਹੀ ਰਹਾਂਗੀ। ਅਤੇ ਅੱਜ ਤੱਕ ਮੈਂ ਅਜੇ ਤਾਂ ਅਪਲਾਈ ਨਹੀਂ ਕੀਤਾ ਕਦੀ PR ਵਾਸਤੇ, ਕਿਉਂਕਿ ਰੱਬ ਵੱਲੋਂ ਇੱਥੇ ਹੀ ਸਾਡਾ ਕੈਨੇਡਾ ਇੱਥੇ ਹੀ ਆ, ਜਾਂ ਮੇਰੇ ਡੈਡੀ ਵੀ ਆਂਦੇ ਸਾਡਾ ਕੈਨੇਡਾ ਇੱਥੇ ਹੀ ਆ।
ਸੋ ਲਗਾਤਾਰ ਜੇਕਰ ਆਪਾਂ ਗੱਲ ਕਰੀਏ ਕਿ ਜੇ ਦੇਖਿਆ ਜਾਂਦਾ ਕਈ ਵਾਰੀ ਜਦੋਂ ਅਸੀਂ ਦੁਨੀਆ ਘੁੰਮਦੇ ਨਹੀਂ ਗਏ ਤੇ ਐਂ ਲੱਗਦਾ ਹੁੰਦਾ ਜਿਵੇਂ ਮੰਨ ਲਾ ਮੇਰੇ ਵਰਗਾ ਬਠਿੰਡਾ ਨਹੀਂ ਮਾਰਕੀਟ ਟੱਪਿਆ ਹੁੰਦਾ ਤੇ ਉਹ ਫਿਰ ਸੁਣਾਉਂਦਾ ਗੱਲਾਂ ਯਾਰ ਉਹ ਕੈਨੇਡਾ ਆਏ ਆ ਜਾਂ ਪਹਿਲਾਂ ਜਾ ਕੇ ਕਿਤੇ ਮਾਲ ਦੇਖਦਾ ਵੀ ਯਾਰ ਇੰਡੀਆ 'ਚ ਤਾਂ ਹੈ ਹੀ ਨਹੀਂ ਕੁਛ। ਦੇਖੋ ਸਾਰਾ ਕੁਝ ਇੰਡੀਆ ਦੇ ਵਿੱਚ ਹੈਗਾ, ਐਡਾ ਨੀਗਾ ਰੌਲਾ ਕੋਈ ਨੀਗਾ। ਦੇਖੋ ਇੱਥੋਂ ਇੱਕ ਦੇਸ਼ ਛੱਡ ਕੇ ਜਾਣਾ, ਆਪਦਾ ਕੰਟਰੀ ਛੱਡ ਕੇ ਜਾਣਾ, ਨੋ ਡਾਊਟ ਮਜਬੂਰੀਆਂ ਹੋ ਸਕਦੀਆਂ, ਨੋ ਡਾਊਟ ਤੁਹਾਡੇ ਸੁਪਨੇ ਹੋ ਸਕਦੇ ਆ, ਬਟ ਫਿਰ ਵੀ ਇੱਥੇ ਕਿਤੇ ਇਹ ਜਿਹੜਾ ਬੰਗਲੌਰ ਆ, ਬੰਗਲੌਰ ਦੇ ਵਿੱਚ ਰਹਿ ਕੇ ਜਾਂ ਆਪਾਂ ਕਿ ਮੈਟਰੋ ਸਿਟੀ ਦੇ ਵਿੱਚ ਰਹਿ ਕੇ ਜੇ ਬੰਦੇ ਦੇ ਵਿੱਚ ਗੁਣ ਹੈ, ਕੀ ਲੱਗਦਾ ਉਹ ਸਾਰੇ ਡ੍ਰੀਮ ਪੂਰੇ ਕਰ ਸਕਦਾ ਜਿਹੜਾ ਤੁਸੀਂ ਤੁਹਾਡੇ ਫਰੈਂਡ ਗਏ ਆ ਮੰਨ ਲਓ ਹੈ ਨਾ ਨਾਲ, ਜਾਂ ਤੁਸੀਂ ਲੱਗਦਾ ਵੀ ਜੋ ਤੁਸੀਂ ਚਾਹੁੰਦੇ ਸੀ ਉਹ ਇੱਥੇ ਮਿਲ ਗਿਆ? ਜੀ ਦੇਖੋ ਅਸੀਂ ਤੇ ਆਲਮੋਸਟ ਜੋ ਵੀ ਅਸੀਂ ਅਚੀਵ ਕਰਨਾ ਚਾਹੁੰਦੇ ਸੀ ਕੁਛ ਬਹੁਤ ਸਾਰਾ ਕੁਛ ਕਰ ਚੁੱਕੇ ਹਾਂ, ਬਹੁਤ ਕਰਾਂਗੇ ਵੀ। ਤੇ ਕਿਸੇ ਵੀ ਸਾਈਡ ਤੋਂ ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਕੈਨੇਡਾ ਨਹੀਂ ਗਏ ਤੇ ਜਾਂ ਕਿਸੇ ਬਾਹਰ ਕਿਤੇ ਨਹੀਂ ਗਏ ਤੇ ਅਸੀਂ ਕੋਈ ਗਲਤੀ ਕਰਤੀ। ਈਵਨ ਇੱਥੇ ਰਹਿੰਦੇ ਹੋਏ ਵੀ ਮੇਰੇ ਇਸ ਟਾਈਮ ਬਾਬੇ ਦੀ ਮਿਹਰ ਨਾਲ ਬਹੁਤ ਸਾਰੀ ਕੰਟਰੀਜ਼ ਬਹੁਤ ਕੁਝ ਘੁੰਮ ਚੁੱਕੇ ਹਾਂ ਅਸੀਂ ਜਾ ਕੇ ਇੱਥੋਂ ਐਸੀ ਦੇਸ਼ ਤੋਂ, ਇੱਥੋਂ ਦੀ ਕੁਆਲੀਫਿਕੇਸ਼ਨ ਦੇ ਨਾਲ, ਹੈ ਨਾ। ਤੇ ਬਾਹਰ ਜਾਣ 'ਚ ਕੋਈ ਬੁਰਾਈ ਨਹੀਂ, ਕਿ ਜਾਓ ਸਭ ਕੁਝ ਕਰੋ, ਬਟ ਤੁਸੀਂ ਆਪਣੀ ਕੁਆਲੀਫਿਕੇਸ਼ਨ ਵੀ ਵਧਾਓ, ਠੀਕ ਹੈ। ਦੂਸਰੇ ਅਪਰੋਚਸ, ਦੂਸਰੇ ਆਪਸ਼ਨਸ ਵੀ ਰੱਖੋ ਆਪਣੇ ਵੱਲ, ਹੈ ਨਾ। ਇਹੀ ਨਹੀਂ ਕਿ ਸਾਰੀ ਪੂਰੀ ਦੀ ਪੂਰੀ ਕਮਿਊਨਿਟੀ ਦਾ ਇੱਕ ਹੀ ਮਾਈਂਡਸੈਟ ਹੋ ਗਿਆ ਵਾ ਕਿ 12ਵੀਂ ਕਰਨੀ ਤੇ ਬਾਹਰ ਜਾਣਾ। ਜਿਸ ਤਰ੍ਹਾਂ ਯਾਰ ਘਰੇ ਤੁਹਾਡੇ ਕਿਤਾਬਾਂ ਪਈਆਂ ਹੈ ਨਾ, ਲਗਾਤਾਰ ਇੱਥੇ ਆਪਾਂ ਕਿ ਅਪਾਰਟਮੈਂਟ 'ਚ ਰਹਿੰਦੇ ਹੋ, ਸ਼ਾਇਦ ਮੈਨੂੰ ਲੱਗਦਾ ਹੁਣ ਪੰਜਾਬ ਵਾਲਿਆਂ ਨੇ ਤਾਂ ਕਿਤਾਬਾਂ ਜਿਹੜੀਆਂ ਹੈਗੀਆਂ ਮੈਨੂੰ ਲੱਗਦਾ ਅਸੀਂ ਤਾਂ ਤਿਆਗ ਹੀ ਦਿੱਤੀਆਂ। ਇਹ ਬੁੱਕਸ ਦਾ ਘਰੇ ਹੋਣਾ ਜਾਂ ਆਪਣੇ ਆਪ ਨੂੰ ਅਪਡੇਟ ਰੱਖਣਾ ਕਿੰਨਾ ਕੁ ਜ਼ਰੂਰੀ ਹੈ? ਦੇਖੋ ਬੁੱਕਸ ਜਾਂ ਕਿਤਾਬਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਠੀਕ ਹੈ। ਅਗਰ ਨਹੀਂ ਵੀ ਚਲੋ ਤੁਸੀਂ ਪੜ੍ਹ ਨਹੀਂ ਪਾਉਂਦੇ ਹੋ ਤੇ ਬਹੁਤ ਸਾਰੇ ਚੰਗੇ ਮੀਡੀਆ ਸੋਰਸਿਸ ਵੀ ਨੇ, ਆਨਲਾਈਨ ਵੀ ਨੇ, ਜਿੱਥੇ ਤੁਸੀਂ ਵੇਖ ਸਕਦੇ ਹੋ। ਹੁਣ ਅਸੀਂ ਬੈਠੇ ਆ ਤੇ ਹੀ ਟਿਕਟੋਕ ਹੀ ਚਲਾ ਕੇ ਬਹਿ ਗਏ ਜਾਂ ਫਿਰ ਇੰਸਟਾਗ੍ਰਾਮ ਹੀ ਚਲਾ ਕੇ ਬਹਿ ਗਏ ਤਾਂ ਉਹ 'ਚ ਕੋਈ ਗੇਨ ਨਹੀਂ ਹੋਣਾ। ਈਵਨ ਅਗਰ ਤੁਸੀਂ YouTube ਲਓ ਜਾਂ ਕੁਝ ਵੀ ਲਾ ਲਓ, ਬਹੁਤ ਚੰਗੀ ਮੂਵੀਜ਼ ਵੀ ਨੇ। ਤੁਹਾਨੂੰ ਅਗਰ ਸਿੱਖਣਾ ਆਇਆ ਤਾਂ ਤੁਸੀਂ ਬਹੁਤ ਸਾਰੇ ਅਪਰੋਚ ਨਾਲ ਸਿੱਖ ਸਕਦੇ ਹੋ। ਹੁਣ ਮੰਨ ਲਓ ਤੁਸੀਂ ਅਗਰ ਸਿੰਪਲ ਗੱਲ ਕਰੋ ਬੁੱਕਸ ਦਾ, ਹੈ ਨਾ, ਆਪਣੇ ਹੁਣ ਅਸੀਂ ਭਾਵੇਂ ਨਹੀਂ ਵੀ ਰਹਿੰਦੇ ਪੰਜਾਬ, ਲੇਕਿਨ ਸਾਨੂੰ ਹਜੇ ਵੀ ਅਸੀਂ ਫਿਰ ਵੀ ਪੰਜਾਬ ਦੇ ਬਾਰੇ, ਉਹਦੇ ਇਤਿਹਾਸ ਦੇ ਬਾਰੇ ਪੜ੍ਹਦੇ ਹਾਂ। ਪੰਜਾਬ ਜਾ ਕੇ ਕਿਸੇ ਨੂੰ ਪੁੱਛੋ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂਗਾ, ਹੈ ਨਾ। ਤੇ ਉਹੀ ਚੀਜ਼ਾਂ ਜਦੋਂ ਅਸੀਂ ਆਪਣੀ ਹਿਸਟਰੀ ਤੋਂ, ਆਪਣੇ ਬੈਕਗਰਾਊਂਡ ਤੋਂ ਟੁੱਟ ਜਾਵਾਂਗੇ ਤੇ ਉਹੀ ਸਾਨੂੰ ਫਿਰ ਨੁਕਸਾਨ ਦਿੰਦਾ ਲੌਂਗ ਟਰਮ 'ਚ, ਤੇ ਦੈਟਸ ਇੰਪੋਰਟੈਂਟ। ਸੋ ਜਿਹੜਾ ਆਪਾਂ ਕਹੀਏ ਪੜ੍ਹਨਾ ਜਿਹੜਾ ਹੈਗਾ ਲਗਾਤਾਰ ਜ਼ਰੂਰੀ ਹੈ। ਤੇ ਹੁਣ ਜਿਵੇਂ ਆਪਾਂ ਹੈ ਨਾ ਜੋ ਤੋਂ ਪੁੱਛੀ ਗੱਲ ਹੈ ਵੀ ਸੇਮ ਹੀ ਕੁਐਸਚਨ ਤੁਹਾਡੇ ਤਾਂ, ਜਦੋਂ ਮੰਨ ਲਓ ਤੁਸੀਂ ਹੁਣ ਲਾਇਓ ਨਾ ਪਹਿਲਾਂ BSc ਹੈ ਨਾ ਨਰਸਿੰਗ ਕੀਤੀ, ਉਸ ਤੋਂ ਬਾਅਦ ਚਲੋ ਹੋਰ ਕੋਰਸ ਕੀਤੇ, ਕੀ ਲੱਗਦਾ ਬੰਦੇ ਨੂੰ ਜਿਹੜੀਆਂ ਕਿਤਾਬਾਂ ਜਿਹੜੀਆਂ ਸਾਡੇ ਤੋਂ ਖੋਹ ਲਈ ਗਈ ਇੱਕ ਤਰ੍ਹਾਂ ਦੀ ਪੰਜਾਬ ਦੇ ਵਿੱਚ ਸਿੱਖਿਆ? ਕਿਉਂਕਿ ਹੁਣ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਨਵੇਂ ਕਾਲਜਾਂ ਦੀਆਂ ਭਰਤੀਆਂ ਹੋਈਆਂ ਨੂੰ 30 ਸਾਲ, ਜਿਹੜੇ ਪ੍ਰੋਫੈਸਰਾਂ ਦੀਆਂ ਭਰਤੀਆਂ ਹੋਈਆਂ ਨੂੰ 30 ਸਾਲ ਹੋ ਗਏ ਆ, ਠੀਕ ਹੈ। ਜਿਹੜੇ ਆਪਾਂ ਕਿ ਗੌਰਮੈਂਟ ਆ ਕਹਿੰਦੇ ਅਸੀਂ ਕਾਲਜ ਖੋਲ੍ਹ ਦਿੱਤੇ ਆ, ਪਰ ਕਦੇ ਉਹਨਾਂ ਤੋਂ ਪੁੱਛ ਕੇ ਦੇਖਿਓ ਵੀ ਕਾਲਜ ਖੋਲ੍ਹੇ ਆ, ਕਾਲਜ ਇੱਟਾਂ ਥੋੜ੍ਹੀ ਪੜ੍ਹਾਉਣੀਆਂ, ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਹੋਣ ਨੂੰ ਕਿੰਨੇ ਹੋਇਆ। ਸਭ ਤੋਂ ਵੱਧ ਜਿਹੜਾ ਪੰਜਾਬ ਦੇ ਵਿੱਚ ਕਰਪਸ਼ਨ ਹੁੰਦੀ ਆ ਉਹ ਕੰਸਟਰਕਸ਼ਨ ਦੇ ਕੰਮ 'ਚ ਹੁੰਦੀ ਆ। ਕਹਿਣਗੇ ਅਸੀਂ ਅਜਿਹੀ ਹਸਪੀਟਲ ਬਣਾਤਾ ਪਰ ਉਹਦੇ ਡਾਕਟਰਾਂ ਦੀਆਂ ਭਰਤੀਆਂ ਹੀ ਨਹੀਂ ਹੋ ਰਹੀਆਂ, ਵੀ ਦੱਸ ਉੱਥੇ ਮੁੜ ਕੇ ਡੰਗਰ ਖਾਂਦੇ ਰਹਿੰਦੇ ਆ, ਝੋਟੇ ਖਾਂਦੇ ਰਹਿੰਦੇ ਆ ਉਹਨਾਂ, ਤੇ ਉਹ ਸਾਰਾ ਫੇਰ ਮਲਗਾਮੇਟ ਹੋ ਜਾਂਦਾ। ਜਿਹੜੀਆਂ ਪੂਰੀਆਂ ਆਪਾਂ ਕਹਿੰਦੇ ਬਣੀਆਂ ਹੋਈਆਂ ਸੜਕਾਂ ਪੱਟ ਦਿੱਤੀਆਂ ਜਾਂਦੀਆਂ, ਉਹਦੇ ਉੱਤੇ ਫਿਰ ਬੱਜਰ ਪਾ ਕੇ ਫਿਰ ਉਹਨਾਂ ਮਤਲਬ ਕੰਸਟਰਕਸ਼ਨ ਦਾ ਕੰਮ ਆ ਜਿਹੜਾ, ਉਹਦੇ 'ਚ ਤੁਹਾਨੂੰ ਪਤਾ ਜਿਹੜਾ ਆਪਾਂ ਕਹਿੰਦੇ ਲੀਡਰਸ਼ਿਪ ਆ ਜਾਂ ਸਾਰਾ ਉਹਨਾਂ ਦਾ ਆਪਾਂ ਕਹਿੰਦੇ ਖਾਣ ਦਾ ਘਰ ਬਣਿਆ। ਪਰ ਕਦੇ ਅਸੀਂ ਸਰਕਾਰਾਂ ਤੋਂ ਇਹ ਨਹੀਂ ਪੁੱਛਦੇ ਵੀ ਕਿੰਨੇ ਤੁਸੀਂ ਡਾਕਟਰ ਭਰਤੀ ਕੀਤੇ, ਕਿੰਨੇ ਤੁਸੀਂ ਜਿਹੜੇ ਹੈਗਾ ਟੀਚਰ ਭਰਤੀ ਕੀਤੇ, ਕਿੰਨੇ ਤੁਸੀਂ ਜਿਹੜਾ ਹੈਗਾ ਕਿਹੜੇ ਜਿਹੜਾ ਹੈਗਾ ਸੈਕਟਰ ਦੇ ਵਿੱਚ ਕਿੰਨੀ ਜਿਹੜੀ ਇੰਪਲੋਇਮੈਂਟ ਕੀਤੀ ਆ। ਤੁਸੀਂ ਇੱਥੇ ਬੈਠੋ, ਲਾਸਟ ਕਮੈਂਟ ਆ ਵੀ ਕੀ ਸੋਚਦਾ ਪੰਜਾਬ ਬਾਰੇ, ਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਡੇ ਯੂਥ ਨੂੰ? ਭਾਜੀ ਮੈਂ ਆਨੀ ਆ ਕਿ ਜਦੋਂ ਵੀ ਮੈਂ ਪੰਜਾਬ ਨੂੰ ਵੇਖਦੀ ਆ ਤੇ ਮੈਂ ਹਮੇਸ਼ਾ ਪੰਜਾਬ ਨੂੰ ਕੰਪੇਅਰ ਕਰਨੀ ਆ ਜੈਨ ਕਮਿਊਨਿਟੀ ਜਿਹੜੀ ਆਪਣੀ ਹੈਗੀ ਆ, ਜਿਹੜੇ ਆਪਣੇ ਜਿਊਸ ਨੇ, ਜਿਊਸ ਕਮਿਊਨਿਟੀ ਨਾਲ ਕੰਪੇਅਰ ਕਰਨੀ ਆ, ਕਿਉਂਕਿ ਉਹ ਦੁਨੀਆ 'ਚ ਇੰਨੇ ਮਾਈਨੋਰਿਟੀ ਨੇ ਪਰ ਪੂਰੀ ਦੁਨੀਆ ਨੂੰ ਕੰਟਰੋਲ ਕਰਦੇ ਨੇ ਇੱਕ ਹਿਸਾਬ ਦਾ, ਹੈ ਨਾ। ਕਈ ਫੈਮਲੀਜ਼ ਨੇ ਜਿਹੜੀ ਅੱਜ ਤੱਕ ਹੀ ਚੱਲ ਰਹੀਆਂ ਨੇ। ਐਵੇਂ ਆਪਾਂ ਜਿਹੜਾ ਹੈਗੇ ਆਪਣੀ ਜਿਹੜੀ ਸਿੱਖ ਕਮਿਊਨਿਟੀ ਆ, ਭਾਵੇਂ 2% ਆ, ਪਰ ਅਗਰ ਆਪਾਂ ਇਕੱਠੇ ਹੋ ਜਾਈਏ, ਆਪਣੀ ਪਾਵਰ ਇਕੱਠੀ ਹੋ ਜਾਈਏ। ਅਜੇ ਵੀ ਜਿਹੜਾ ਪਿਛਲਾ ਸੈਂਸਸ ਆਇਆ ਸੀ ਮੇਰੇ ਖਿਆਲ ਨਾਲ 2018 'ਚ ਆਇਆ ਸੀ ਆਪਣੀ ਗਵਰਨਮੈਂਟ ਦਾ, ਆਪਣੀ ਜਿਹੜੀ ਸਿੱਖ ਕਮਿਊਨਿਟੀ ਆ ਉਹ ਸੈਕਿੰਡ ਰਿਚੈਸਟ ਕਮਿਊਨਿਟੀ ਆ ਆਪਣੇ ਇੰਡੀਆ 'ਚ। ਪਰ ਦਿੱਕਤ ਆਇਆ ਪੰਜਾਬ ਆਪਣਾ ਬਹੁਤ ਰਹੀ ਸੀ, ਪਰ ਦਿੱਕਤ ਆਇਆ ਆਪਾਂ ਆਪਣੇ ਯੂਥ ਨੂੰ ਡਾਇਰੈਕਸ਼ਨ ਨਹੀਂ ਦੇ ਪਾ ਰਹੇ। ਹੁਣ ਜ਼ਮਾਨਾ ਆ ਚੁੱਕਿਆ ਕਿ ਆਪਾਂ ਸਰਕਾਰ ਨੂੰ ਵੀ ਕੁਐਸਚਨ ਤਾਂ ਕਰਾਂਗੇ ਜੇ ਆਪਾਂ ਨੂੰ ਪਤਾ ਹੋਏ ਕਿ ਆਪਾਂ ਨੂੰ ਸਰਕਾਰ ਨੂੰ ਕੁਐਸਚਨ ਕਰਨਾ ਹੈ। ਉਹਦੇ ਬਾਅਦ 'ਚੋਂ ਕੀ ਆ ਕਿ ਹੁਣ ਇੰਟਰਨੈਟ ਹੀ ਰਾਏ ਇਹ 'ਚ ਤੁਸੀਂ ਆ ਨਹੀਂ ਕਹਿ ਸਕਦੇ ਕਿ ਮੇਰੇ ਟੀਚਰ ਨੇ ਮੈਨੂੰ ਨਹੀਂ ਪੜ੍ਹਾਇਆ। ਨਹੀਂ, ਕਈ ਵਾਰੀ ਸਾਡੇ ਵੀ ਪ੍ਰੋਫੈਸਰ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਨੂੰ ਨਹੀਂ ਚੰਗੇ ਲੱਗਦੇ, ਉਹਦਾ ਪੜ੍ਹਾਉਣ ਦਾ ਤਰੀਕਾ ਨਹੀਂ ਚੰਗਾ ਲੱਗਦਾ।
ਚੁੱਪ ਕਰਕੇ ਤੁਸੀਂ YouTube ਖੋਲੋ, ਉੱਥੇ ਇੰਨੇ ਸਾਰੇ ਲੈਕਚਰ ਨੇ, ਸਭ ਕੁਝ ਨੇ। ਸਾਡੀ ਫੈਮਿਲੀ 'ਚ ਅਸੀਂ ਆ ਮਾਹੌਲ ਬਣਾਇਆ ਹੋਇਆ, ਜਿਵੇਂ ਸਵੇਰੇ ਅਸੀਂ ਉੱਠੀਦਾ ਹੈ, ਸਵੇਰੇ ਅਸੀਂ ਉੱਠ ਕੇ ਇੱਕ ਛੋਟੀ ਜਿਹੀ ਐਪ ਹੁੰਦੀ ਆ ਫੋਨ 'ਚ, ਹੈ ਨਾ, ਉਹ ਫੋਨ ਆ ਹੁੰਦਾ ਹੈ ਕਿ ਜਿੰਨਾ ਦੇਰ ਤੁਸੀਂ ਪੜ੍ਹ ਰਹੇ ਹੋ, ਕਿਉਂਕਿ ਕੋਈ ਨੋਟੀਫਿਕੇਸ਼ਨ ਆ ਗਿਆ, ਕੁਛ ਆ ਗਿਆ, ਤੇ ਉਹ ਫੋਨ ਤੁਹਾਨੂੰ ਬੰਦ ਨਹੀਂ ਕਰਨ ਦਿੰਦੀ, ਹੈ ਨਾ। ਫੋਨ ਅਗਰ ਤੁਸੀਂ ਫੋਨ ਨੂੰ ਫੜਿਆ ਤੇ ਐ ਪੁੱਠਾ ਕਰਕੇ ਰੱਖ ਦਿਓ, ਤੇ ਅਗਰ ਤੁਸੀਂ ਫੋਨ ਨੂੰ ਸਿੱਧਾ ਫੜੋਗੇ ਤਾਂ ਉਹ ਅਲਾਰਮ ਵਜਾ ਦਿੰਦੀ ਆ, ਹੈ ਨਾ। ਤੁਹਾਨੂੰ ਯਾਦ ਆ ਜਾਂਦਾ ਕਿ ਅੱਛਾ ਮੈਂ ਪੜ੍ਹਨਾ। ਕੁਛ ਨਾ ਕਰੋ, ਅਗਰ ਤੁਸੀਂ ਸਟਾਰਟ ਕਰਨਾ, ਮੈਂ ਨਹੀਂ ਤੁਹਾਨੂੰ ਆਖਰੀ ਕਿ 8 ਘੰਟੇ ਬਹਿ ਕੇ ਪੜ੍ਹੋ ਜਾਂ 10 ਘੰਟੇ, ਕਿਉਂਕਿ ਮੈਂ ਵੀ ਨਹੀਂ ਉਹ ਕਰ ਪਾਉਂਦੀ। ਤੁਸੀਂ ਚੁੱਪ ਕਰਕੇ ਬਸ 10 ਮਿੰਟ, ਅਗਰ 10 ਮਿੰਟ ਤੁਹਾਨੂੰ ਜ਼ਿਆਦਾ ਲੱਗ ਰਿਹਾ, 5 ਮਿੰਟ ਕੋਈ ਵੀ ਇੱਕ ਟੌਪਿਕ ਫੜ ਲਓ ਕਿ ਮੈਂ ਅੱਜ ਇੱਕ ਪੇਜ ਆ ਖ਼ਤਮ ਕਰਨਾ, ਭਾਵੇਂ ਕੁਛ ਹੋ ਜਾਏ। 5 ਮਿੰਟ ਕੋਈ ਵੱਡੀ ਗੱਲ ਨਹੀਂ ਗੀ। ਤੁਹਾਨੂੰ ਆਪਣੇ ਆਪ ਹੀ ਨਹੀਂ ਪਤਾ ਚੱਲੇਗਾ ਕਿ ਕਦੋਂ ਤੁਹਾਨੂੰ ਸਭ ਕੁਝ ਪੜ੍ਹਨਾ ਵਧੀਆ ਲੱਗੇਗਾ, ਸਭ ਕੁਝ ਵਧੀਆ ਲੱਗੇਗਾ। ਸਾਡੇ ਘਰ 'ਚ ਇੱਕ ਹੋਰ ਕਲਚਰ ਆ, ਉਹਦੇ ਬਾਅਦ 'ਚੋਂ ਅਸੀਂ ਕੀ ਕਰਨੇ, ਸ਼ਾਮ ਨੂੰ ਜਦੋਂ ਅਸੀਂ ਮਿਲਦੇ ਹਾਂ, ਅਸੀਂ ਇੰਟਰਨੈਸ਼ਨਲ ਰਿਲੇਸ਼ਨ ਡਿਸਕਸ ਕਰਨੇ ਆ, ਦੁਨੀਆ 'ਚ ਕੀ ਚੱਲਣ ਡਿਆ, ਆਪਣੇ ਦੇਸ਼ 'ਚ ਕੀ ਚੱਲਣ ਡਿਆ, ਇਹਦਾ ਪ੍ਰਭਾਵ ਕੀ ਪਏਗਾ, ਹੈ ਨਾ। ਅਤੇ ਜ਼ਿਆਦਾ ਤੋਂ ਜ਼ਿਆਦਾ ਮੈਗਜ਼ੀਨਾਂ, ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪ ਨੂੰ ਕਿਤਾਬਾਂ ਅਤੇ ਇਹਨਾਂ ਨਾਲ ਸਰਾਊਂਡਡ ਰੱਖੋ, ਤਾਂ ਕਿ ਹੁਣ ਅੱਜ ਕੱਲ੍ਹ ਲੋਕ ਕੀ ਸੋਚਦੇ ਕਿ ਫਲਾਣਾ ਮੇਰੇ ਬਾਰੇ ਕੀ ਸੋਚਣ ਡਿਆ ਏ, ਮੈਂ ਉੱਥੇ ਕਿਹੜਾ ਸੂਟ ਪਾਉਣਾ ਏ, ਮੈਨੂੰ ਉਹਨੇ ਤਾਂ ਐਵੇਂ ਆਖ ਦਿੱਤਾ ਸੀ। ਜਦੋਂ ਤੁਸੀਂ ਆਪਣੀ ਸਾਰੀ ਐਨਰਜੀ ਲੋਕਾਂ 'ਚ ਵੇਸਟ ਕਰ ਦੋਗੇ, ਤੁਹਾਡੇ ਕੋਲ ਆਪਣੇ ਜੋਗਾ ਨਹੀਂ ਰਹਿੰਦਾ। ਤੁਸੀਂ ਆਪਣਾ ਇੱਕ ਫੋਕਸ ਕਰੋ ਕਿ ਮੈਂ ਕਿਹੜਾ ਏਮ ਅਚੀਵ ਕਰਨਾ ਹੈ। ਅਗਰ ਮੇਰੇ ਦਿਮਾਗ 'ਚ ਹੈਗਾ ਕਿ ਮੈਨੂੰ ਆ ਲਾਅ, ਕਿਉਂਕਿ ਲਾਅ ਜਦੋਂ ਮੈਂ ਜੁਆਇਨ ਕੀਤਾ ਸੀ ਮੇਰਾ ਆਈਡੀਆ ਨਹੀਂ ਸੀ, ਮੇਰੇ ਹਸਬੈਂਡ ਦਾ ਆਈਡੀਆ ਸੀ, ਅਤੇ ਉਹਨਾਂ ਨੇ ਆਖਿਆ ਯਾਰ ਰਵਨੀਤ ਤੂੰ ਕਰ ਲੈ, ਤੂੰ ਬਹੁਤ ਇੰਟੈਲੀਜੈਂਟ ਹੈ। ਮੈਂ ਕਿਹਾ ਮੈਂ ਇੰਨੀ ਤਾਂ ਇੰਟੈਲੀਜੈਂਟ ਨਹੀਂ ਹੈਗੀ, ਪਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜਿੱਥੇ ਲੋਕੀ ਟੌਪ ਕਰਦੇ ਨੇ ਲਾਅ 'ਚ, ਮੈਂ ਤਾਂ ਮੈਡੀਕਲ ਦੀ ਸਟੂਡੈਂਟ ਆ, ਮੈਂ ਘੱਟ ਤੋਂ ਘੱਟ ਪਾਸ ਹੋਣ ਦੀ ਕੋਸ਼ਿਸ਼ ਕਰਾਂਗੀ। ਅਤੇ ਉਹ ਇਹੋ ਜਿਹਾ ਹੁੰਦਾ ਸੀ, ਘਰ ਆਉਂਦੇ ਹੀ ਅਤੇ ਅਸੀਂ ਪੜ੍ਹਨਾ। ਜਦੋਂ ਉਹ 'ਚ ਇੰਟਰਸਟ ਹੋਣਾ, ਮੈਂ ਹੁਣ ਕਰਨਾਟਕਾ ਸਟੇਟ ਲਾਅ ਯੂਨੀਵਰਸਿਟੀ ਆ, ਹੁਣ ਮੈਂ ਪਿਛਲੇ 2 ਸਾਲਾਂ ਤੋਂ ਟੌਪ ਕਰ ਰਹੀ ਹਾਂ ਉਹ ਯੂਨੀਵਰਸਿਟੀ, ਹੈ ਨਾ। ਅਤੇ ਆ ਕੁਛ ਨਹੀਂ ਹੁੰਦਾ ਹੈਗਾ ਕਿ ਮੈਂ ਪੜ੍ਹਾਕੂ ਹਾਂ, ਮੈਂ ਕੋਈ ਪੜ੍ਹਾਕੂ ਨਹੀਂ ਹੈਗੀ, ਪਰ ਤੁਹਾਨੂੰ ਇੱਕ ਗੋਲ ਹੁੰਦਾ ਹੈ ਕਿ ਤੁਸੀਂ ਆਪਣੇ ਵਾਸਤੇ ਕੀ ਅਚੀਵ ਕਰਨਾ ਹੈ, ਆਪਣੀ ਕਮਿਊਨਿਟੀ ਵਾਸਤੇ ਕੀ ਅਚੀਵ ਕਰਨਾ ਹੈ, ਕਿ ਤੁਸੀਂ ਆਪਣੇ ਨਿਆਣਿਆਂ ਨੂੰ ਕਿਵੇਂ ਰੱਖਣਾ ਚਾਹੁੰਦੇ ਹੋ, ਕਿ ਤੁਹਾਡੇ ਨਾਲ ਨੂੰ ਤੁਹਾਨੂੰ ਕਿਵੇਂ ਵੇਖਣ, ਕਿ ਤੁਸੀਂ ਸਿਰਫ ਆਏ ਅਤੇ ਤੁਸੀਂ ਕੀ ਕਰ ਰਹੇ ਹੋ ਕੰਮ, ਹੈ ਨਾ। ਸਿਰਫ ਉਹ ਲੰਡੀਆਂ ਗੱਡੀਆਂ ਚਲਾਉਣੀਆਂ ਅਤੇ ਬੁਲਟਾਂ ਚਲਾਉਣੀਆਂ ਅਤੇ ਉਹ ਨਕਲੀ ਬ੍ਰੈਂਡਾਂ ਦੇ ਕੱਪੜੇ ਰੇਬਨ ਰੋਬਨ ਪਾ ਲੈਣ, ਉਹ ਤਰੱਕੀ ਨਹੀਂ ਹੁੰਦੀ। ਉਹ ਦੂਜੇ ਲੋਕਾਂ ਨੂੰ ਇੱਕ ਟਾਈਮ ਵਾਸਤੇ ਲੱਗੂਗਾ ਕਿ ਹਾਂ ਵੀ ਵੇਖ ਲਓ ਉਹਨੇ ਕਿਆ ਪਾਇਆ, ਪਰ ਤੁਹਾਨੂੰ ਪਤਾ ਹੈ ਕਿ ਉਹ ਫੇਕ ਆ, ਹੈ ਨਾ। ਅਤੇ ਉਹ ਜਦੋਂ ਤੁਸੀਂ ਆਪਣੇ ਉੱਤੇ ਕੁਛ ਅਚੀਵ ਕਰੋਗੇ, ਤੁਹਾਨੂੰ ਖੁਦ ਹੀ ਪਤਾ ਚੱਲ ਜਾਂਦਾ ਕਿ ਤੁਸੀਂ ਆਪਣੀ ਲਾਈਫ 'ਚ ਕੀ ਅਚੀਵ ਕਰਨਾ ਚਾਹੁੰਦੇ ਹੋ, ਹੈ ਨਾ। ਬਿਲਕੁਲ। ਮੰਨ ਲਓ ਵੀ ਤੁਸੀਂ ਕਹਿੰਦੇ ਜਿਹੜਾ ਹੈਗਾ, ਇੱਕ ਗੱਲ ਆ ਵੀ ਸਾਡੇ ਜਿਵੇਂ ਨਾ ਕਹੇ ਸ਼ੋਅ ਆਫ ਬਹੁਤ ਆ, ਹੈ ਨਾ, ਹਰ ਚੀਜ਼ ਦਾ ਸ਼ੋਅ ਹੋ ਸਕਦਾ। ਮੈਂ ਇੱਥੇ ਕੋਈ ਨਾ ਕੋਈ ਟੈਟੂ ਲਾ ਲਾਂ, ਦੱਬੀ ਉਤਰਿਆ ਮੈਂ ਫਲਾਨਾ, ਹੈ ਨਾ। ਉਹ ਕਈ ਵਾਰੀ ਮੈਨੂੰ ਜੋ ਤਾਂ ਪਤਾ ਨਹੀਂ 22 ਦੱਸਦਾ ਸੀਗਾ, ਪਤਾ ਨਹੀਂ ਕੌਣ, ਉਹ ਕਹਿੰਦਾ ਇੱਕ ਵਾਰੀ ਗਿੱਪੀ ਨੇ ਨਾ ਕਿਸੇ ਜਿਹੜਾ ਹੈਗਾ ਬ੍ਰਾਂਡ ਦੀ ਪਤਾ ਨਹੀਂ ਸ਼ਰਟ ਪਾ ਲਈ, ਅਤੇ ਉਹਦਾ ਕਿਤੇ ਨਾ ਗਲਤ ਲਿਖਤਾ, ਹੈ ਨਾ, ਤੁਸੀਂ ਦੱਸਿਆ ਸੀ ਨਹੀਂ ਬਾਈ ਨੇ ਦੱਸਿਆ, ਉਹ ਕਹਿੰਦਾ ਵੀ ਕੋਈ ਉਹਨੇ ਗਲਤ ਨੰਬਰ ਲਿਖਤਾ, ਅਤੇ ਨਾਲ ਦੀ ਨਾਲ ਸਾਡੇ ਕਾਪੇ ਉਹ ਬ੍ਰਾਂਡ ਦੀ ਗਲਤ ਦੀ, ਠੀਕ ਆ, ਲੋਕ ਉਹੀ ਪਾਈ ਗਏ ਵੀ ਇਹੀ ਬ੍ਰਾਂਡ ਆ। ਬਾਅਦ 'ਚ ਪਤਾ ਲੱਗਿਆ ਵੀ ਇਹ ਤਾਂ ਬ੍ਰਾਂਡ ਹੀ ਨਹੀਂ, ਹੈ ਨਾ। ਜਿਵੇਂ ਮੰਨ ਲਾ ਕਿਸੇ ਨੇ ਕਹਿਤਾ, ਜਿਵੇਂ ਮੰਨ ਲਾ ਮੂਸੇ ਵਾਲੇ ਦੇ ਗਾਣੇ 'ਚ ਬਰਬਰੀ ਆ ਗਿਆ, ਕਿਸੇ ਨੇ ਏ ਪਾ ਕੇ ਪਾਤੀ, ਉਹ ਵੀ ਕਹਿਣਗੇ ਠੀਕ ਆ। ਇੱਥੇ ਜਿਵੇਂ ਮੰਨ ਲਾ ਇਹ ਬੈਂਗਲੌਰ ਹੈ ਨਾ, ਕਾਫੀ ਰਿਚ ਆ, ਮੈਂ ਦੇਖਿਆ ਵੀ ਇੱਥੇ ਲੋਕ ਚੱਪਲਾਂ 'ਚ ਅੰਦਾਜ਼ਾ ਨਹੀਂ ਲਾ ਸਕਦੇ। ਇੱਕ ਥੋੜ੍ਹਾ ਜਿਹਾ ਇੱਥੋਂ ਦੀ ਦੱਸੋ ਵੀ ਇਹ ਹੀ ਬੰਦੇ ਸ਼ੋਅ ਆਫ ਵਾਲੇ ਜਾਂ ਨਹੀਂ ਹੈ? ਨਹੀਂ, ਇੱਥੇ ਉਹ ਕਲਚਰ ਹੈ ਨਹੀਂਗਾ, ਇੱਥੇ ਸ਼ੋਅ ਆਫ ਦਾ ਬਿਲਕੁਲ ਕਲਚਰ ਨਹੀਂਗਾ। ਇੱਥੇ ਤੁਹਾਨੂੰ ਇੱਕ ਬੰਦਾ ਨੋਰਮਲ ਦਿਖੇਗਾ, ਚੱਪਲਾਂ ਦਿਖੇਗਾ, ਐਵੇਂ ਲੁੰਗੀ ਪਾਈ ਹੋਏਗੀ ਉਹਨੇ, ਨੋਰਮਲ ਕੱਪੜੇ ਪਾਏ ਹੋਣਗੇ ਨੇ, ਜਸਟ ਪੈਂਟ ਸ਼ਰਟ, ਅਤੇ ਤੁਸੀਂ ਜੱਜ ਨਹੀਂ ਕਰ ਸਕਦੇ ਉਹਨੂੰ ਕਿ ਉਹ ਕਿੰਨਾ ਕੁਛ ਡਿਜ਼ਰਵ ਕਰਦਾ ਹੈ, ਕਿੰਨਾ ਕੁਛ ਹੋਲਡ ਕਰ ਰਿਹਾ ਹੈ ਨਾ, ਉਹ ਕਿੰਨੀ ਪ੍ਰੋਪਰਟੀ ਹੋਲਡ ਕਰਦਾ। ਇੱਥੇ ਉਹ ਕਲਚਰ ਹੈ ਨਹੀਂਗਾ। ਇੱਥੇ ਤਾਂ ਈਵਨ ਕਿ ਅਗਰ ਤੁਸੀਂ ਜਾਓਗੇ ਤਾਂ ਤੁਹਾਨੂੰ ਬ੍ਰਾਂਡ ਲੱਭਣੇ ਔਖੇ ਹੋ ਜਾਂਦੇ ਰੋਡ 'ਤੇ ਕਿਸੇ ਨੂੰ ਪਾਏ। ਅਤੇ ਆਪਾਂ ਪੰਜਾਬੀ ਜਦੋਂ ਆ ਜਾਂਦੇ ਹਾਂ, ਆਪਾਂ ਜ਼ਰੂਰ ਆਪਣੇ ਕਲਚਰ 'ਚ ਆ ਗਏ ਹੁਣ, ਉਹ ਇੱਕ ਤਰੀਕੇ ਨਾਲ ਤਾਂ ਹੀ ਪਾ ਲਈਦੇ ਆ। ਅਤੇ ਅੰਤ 'ਤੇ ਲਾਸਟ ਕਮੈਂਟ ਤੁਹਾਡਾ ਕੀ ਕਹਿਣਾ ਚਾਹੋਗੇ ਯੂਥ ਨੂੰ? ਮੰਨ ਲਓ ਤੁਸੀਂ ਚਲੋ ਪੜ੍ਹਦੇ ਹੋ, ਫਿਰ ਵੀ ਆਪਾਂ ਤੁਹਾਡੇ ਤੋਂ ਤਾਂ ਕਮੈਂਟ ਲੈਂਦੇ ਹਾਂ ਕਿਉਂਕਿ ਤੁਸੀਂ ਫਿਰ ਵੀ ਲਗਭਗ 2200 ਕਿਲੋਮੀਟਰ ਪੰਜਾਬ ਤੋਂ ਦੂਰ ਬੈਠੇ ਹੋ, ਹੈ ਨਾ, ਇੱਧਰਲੇ ਪਾਸੇ ਚਲੋ ਉੱਤਰਾਖੰਡ ਤੋਂ ਦੂਰ ਬੈਠੇ ਹੋ। ਕਿੰਨਾ ਦੇਖਿਆ, ਕੀ ਦੇਖਿਆ, ਜਿੰਨਾ ਕੁ ਅਬਜ਼ਰਵ ਕੀਤਾ, ਉਹਦੇ ਨਾਲ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲੀ ਗੱਲ, ਦੂਸਰਿਆਂ ਨੂੰ ਬਲੇਮ ਦੇਣ ਤੋਂ ਮੈਨੂੰ ਬਲੇਮ ਦੇਣ ਦੀ ਜਗ੍ਹਾ ਖੁਦ ਨੂੰ ਬਲੇਮ ਦੇਣਾ ਸ਼ੁਰੂ ਕਰੋ, ਰਾਈਟ। ਹਰ ਚੀਜ਼ 'ਚ ਗਲਤੀ ਸਰਕਾਰ ਦੀ ਕੱਢਤੀ, ਗਵਾਂਢੀ ਦੀ ਕੱਢਤੀ, ਹੈ ਨਾ, ਮਾਂ ਪਿਓ ਦੀ ਕੱਢਤੀ, ਤਾਂ ਉਹਦੇ ਨਾਲ ਗਰੋਥ ਨਹੀਂ ਹੁੰਦੀ। ਜਦੋਂ ਤੁਹਾਡੀ ਗਲਤੀ ਆਪਣੀ ਕੱਢਣੀ ਸ਼ੁਰੂ ਕਰਤੀ ਨਾ, ਤੁਹਾਡੀ ਗਰੋਥ ਆਪਣੇ ਆਪ ਹੋਣੀ ਸ਼ੁਰੂ ਹੋ ਜਾਊਗੀ। ਅਤੇ ਸਿਰਫ ਇਹੀ ਫੋਕਸ ਕਿ ਉਹ ਫਲਾਣੇ ਦਾ ਮੁੰਡਾ ਬਾਹਰ ਚਲੇ ਗਿਆ ਅਤੇ ਉਹਨੇ ਇੰਨਾ ਕੁਛ ਕਰ ਲਿਆ। ਅਰੇ ਅਗਰ ਤੁਸੀਂ ਮੰਨ ਲਓ ਇੱਕ ਐਗਜ਼ਾਮਪਲ ਲੈਂਦੇ ਆ ਨਾ, ਕੋਈ ਬੱਚਾ 90% ਜਾਂ ਕੁਛ ਲਿਆ ਰਿਹਾ ਵਾ, ਹੈ ਨਾ, ਇੰਨੇ ਵਧੀਆ ਨੰਬਰ, ਸਭ ਕੁਛ ਸਹੀ ਚੱਲ ਰਿਹਾ ਵਾ ਇੱਥੇ, ਅਤੇ ਉੱਥੇ ਉਹਨੂੰ ਇੱਥੇ ਵੀ ਉਹਨੂੰ ਮਤਲਬ ਬਾਹਰ ਜਾਣ ਦਾ ਆਪਸ਼ਨ ਤੋਂ ਗ੍ਰੈਜੂਏਸ਼ਨ ਦੇ ਬਾਅਦ ਵੀ ਹੈਗਾ ਵਾ, ਹੈ ਨਾ, ਉਹਦੇ ਬਾਅਦ ਵੀ ਜਾ ਸਕਦਾ, ਕਦੀ ਵੀ ਜਾ ਸਕਦੇ। ਸਾਡੇ ਕੋਲ ਆਪਸ਼ਨ ਅਸੀਂ ਵੀ ਜਾ ਸਕਦੇ ਕਦੀ, ਹੈ ਨਾ। ਅਤੇ ਉਹਨੂੰ ਸਿਰਫ ਉਹੀ ਆਪਸ਼ਨ ਨਹੀਂ ਰੱਖਣਾ ਚਾਹੀਦਾ, ਬਹੁਤ ਸਾਰੇ ਆਪਸ਼ਨ ਨੇ, ਐਕਸਪਲੋਰ ਕਰੋ, ਵੇਖੋ, ਹੈ ਨਾ। ਅਤੇ ਉਹਦੇ ਨਾਲ ਫਿਰ ਤੁਸੀਂ ਆਪਣੇ ਦੇਸ਼ ਦੇ ਵੀ ਕੰਮ ਆਓਗੇ, ਆਪਣੀ ਕਮਿਊਨਿਟੀ ਦੇ ਵੀ ਕੰਮ ਆਓਗੇ।
ਤੇ ਇਹ ਕਹਿ ਜਾਣਾ ਕਿ ਜੀ ਆਹ ਦੇਸ਼ ਗਲਤ ਹੈ, ਉਹਦੇ 'ਚ ਇਹੋ ਜਿਹਾ ਕੁਛ ਨਹੀਂ ਗਾ, ਹੈ ਨਾ। ਆਹ ਕੰਟਰੀ ਇੰਡੀਆ ਇਹੋ ਜਿਹੀ ਕੰਟਰੀ ਹੈ ਨਾ, ਇਹ ਕਿਸੇ ਨੂੰ ਵੀ ਰਿਚ ਕਰ ਸਕਦੀ ਆ, ਠੀਕ। ਤੇ ਇੰਨੀ ਵੱਡੀ ਦੁਨੀਆ ਦੀ ਕਹਿ ਸਕਦੇ ਹੋ ਸੈਕਿੰਡ ਲਾਰਜੈਸਟ ਮਾਰਕੀਟ ਆ, ਚਾਈਨਾ ਤੋਂ ਬਾਅਦ ਅਸੀਂ ਆ, ਹੈ ਨਾ। ਤੇ ਆਪਾਂ ਇੱਥੇ ਬਹੁਤ ਕੁਝ ਅਚੀਵ ਕਰ ਸਕਦੇ ਹਾਂ, ਸਿਰਫ ਭੇਡ ਚਾਲ ਨਾਲ ਕੁਛ ਨਹੀਂ ਹੋਣਾ। ਜਵਾਰ ਜਾਣਾ ਬਹੁਤ ਜ਼ਰੂਰੀ ਆ, ਮੈਂ ਉਹਨੂੰ ਬਹੁਤ ਇੰਪੋਰਟੈਂਟ ਪਾਰਟ ਮੰਨਦਾ ਵਾਂ ਪਰਸਨੈਲਿਟੀ ਗਰੋਥ ਦਾ, ਹੈ ਨਾ। ਸਭ ਕੁਛ ਅਸੀਂ ਵੀ ਬਹੁਤ ਜ਼ਿਆਦਾ ਟਰੈਵਲ ਵਗੈਰਾ ਵੀ ਕਰੀਦਾ ਵਾ, ਆਪ ਵੀ ਗਏ ਆ, ਤੇ ਉਹਨੂੰ ਕਿਤੇ ਨਹੀਂ ਕਹਿ ਸਕਦੀ ਗਲਤ ਆ। ਉਹ ਸਾਨੂੰ ਇੱਕ ਵਾਰ ਵੀ ਆ ਕਹਿ ਸਕਦੇ ਹੋ ਕਿ ਸਾਨੂੰ ਗੁਰੂ ਨਾਨਕ ਦਾ ਵਾਰ ਵੀ ਆ ਨਾ, ਉਜੜ ਜੋ ਵਾਲਾ, ਤੇ ਅਸੀਂ ਉਹ ਸਾਡੀ ਕਮਿਊਨਿਟੀ 'ਚ ਰਹਿਣਾ ਹੀ ਰਹਿਣਾ ਹਮੇਸ਼ਾ, ਠੀਕ। ਉਹ ਗਲਤ ਨਹੀਂ ਆ, ਉਹਦੇ ਬੇਸਿਸ 'ਤੇ ਅਸੀਂ ਬਹੁਤ ਗਰੋਥ ਵੀ ਕੀਤੀ ਆ। ਲੇਕਿਨ ਜਿਹੜੇ ਬਾਹਰ ਚਲੇ ਗਏ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ ਕਿ ਪਿੱਛੇ ਜੜ੍ਹਾਂ ਦਾ ਵੀ ਧਿਆਨ ਰੱਖਣਾ ਨਾ, ਖਾਲੀ ਉਹ ਪੱਤੀਆਂ ਨੂੰ ਪਾਣੀ ਨਾ ਪਾਈ ਜਾਣ, ਜੜ੍ਹਾਂ ਨੂੰ ਵੀ ਪਾ ਦੇਣ ਆ ਕੇ ਕਦੀ ਕਦੀ, ਠੀਕ। ਸੋ ਇਸ ਤਰ੍ਹਾਂ ਆਪਾਂ ਕਿ ਜ਼ਰੂਰੀ ਆ, ਖਾਸ ਕਰਕੇ ਸਾਡਾ ਯੂਥ ਦੇ ਹੱਥਾਂ ਦੇ ਵਿੱਚ ਜਦੋਂ ਥਾਂ ਥਾਂ 'ਤੇ ਵੱਡੇ ਵੱਡੇ ਛੋਟੇ ਛੋਟੇ ਆਇਲ ਸੈਂਟਰਾਂ ਦੇ ਮੂਹਰੇ ਲਾਈਨਾਂ ਲੱਗੀਆਂ ਦੇਖਦੇ ਹਾਂ, ਅਤੇ ਕਾਲਜਾਂ ਨੂੰ ਖਾਲੀ ਦੇਖਦੇ ਹਾਂ, ਉੱਥੋਂ ਲੱਗਦਾ ਯਾਰ ਵੀ ਜਮਾ ਹੀ ਮਰ ਗਿਆ ਆਉਣ ਵਾਲਾ। ਮੰਨ ਲਓ ਆਪਾਂ ਕਿ ਖਾਲੀ ਹੈ ਅਤੇ ਅਸੀਂ ਸ਼ਾਇਦ ਮਾਈਗ੍ਰੇਟ ਹੋ ਕੇ ਬਾਹਰ ਚੱਲ ਜਾਣਾ, ਹੈ ਨਾ। ਅਤੇ ਸਾਡਾ ਸ਼ਾਇਦ ਇੱਥੇ ਆ ਕੇ ਫਿਰ ਜਿਹੜਾ ਹੈਗਾ ਅਦਰ ਸਟੇਟ ਤੋਂ ਜਾਂ ਅਦਰ ਕੰਟਰੀਜ਼ ਤੋਂ ਲੋਕ ਇੱਥੇ ਆ ਕੇ ਤੁਹਾਡੇ 'ਤੇ ਰਾਜ ਕਰਨਗੇ। ਦੇਖੋ ਕੌਮਾਂ ਉਹੀ ਤਰੱਕੀ ਕਰਦਾ, ਜਿਵੇਂ ਜਿਸ ਦੀ ਗੱਲ ਕੀਤੀ, ਹੈ ਨਾ। ਤਾਂ ਇਜ਼ਰਾਈਲ ਦੁਨੀਆ ਦੇ ਨਕਸ਼ੇ 'ਤੇ ਕੋਈ ਦੇਸ਼ ਨਹੀਂ ਸੀਗਾ, ਠੀਕ ਆ, ਅਤੇ ਪਰ ਉਹਨਾਂ ਨੇ ਉਹ ਦੇਸ਼ ਬਣਾਇਆ, ਠੀਕ ਆ। ਉਹ ਕਦੇ ਉਹਨਾਂ ਦਾ ਜਿਹੜਾ ਦੁਸ਼ਮਣ ਪੂਰੀ ਦੁਨੀਆ ਸੀ, 5-5 ਦੇਸ਼ਾਂ ਨੇ, 6-6 ਦੇਸ਼ਾਂ ਨੇ, ਅਰਬ ਕੰਟਰੀਆਂ ਨੇ ਉਹਨਾਂ 'ਤੇ ਅਟੈਕ ਕੀਤੇ, ਉਹਨਾਂ ਦੀ ਨਸਲ ਕੁਸੀ ਹੋਈ। ਅਸੀਂ ਤਾਂ ਥੋੜ੍ਹੀ ਜਿਹੀ ਗੱਲ ਨੂੰ ਕਹਿ ਦਿੰਦੇ ਹਾਂ ਨਾ, ਸਾਡੇ ਨਾਲ ਫਲਾਣੇ ਸਨ ਚਾਹ ਹੋਇਆ। ਕਦੇ ਦੇਖੋ ਜਿਹੜਾ ਹਿਟਲਰ ਨੇ ਜਦੋਂ ਯਹੂਦੀਆਂ ਨੂੰ ਲੱਖਾਂ ਨੂੰ ਚੈਂਬਰਾਂ ਦੇ ਵਿੱਚ ਮਾਰਿਆ, ਹੈ ਨਾ, ਅਤੇ ਕਦੇ ਉਹ ਚੀਜ਼ਾਂ ਪੜ੍ਹ ਕੇ ਉਦੋਂ ਉੱਠੋ, ਕਿਉਂਕਿ ਜਿੰਨਾ ਚਿਰ ਜਿਹੜਾ ਮੁਸੀਬਤ ਨਹੀਂ ਪੈਂਦੀ ਉਹਨਾਂ ਚਿਰ ਤੁਸੀਂ ਬਾਹਰ ਨਹੀਂ ਨਿਕਲਦੇ। ਜਿਮ ਦੇ ਵਿੱਚ ਡੌਲੇ ਉਹਦੇ ਬਣਦੇ ਆ ਜਿਹੜਾ ਵੱਧ ਵੇਟ ਮਾਰਦਾ, ਠੀਕ ਹੈ। ਅਸੀਂ ਅੱਜ ਇਹ ਚਾਹੁੰਦੇ ਹਾਂ ਵੀ ਰਾਤੇ ਰਾਤ ਵੀ ਤੜਕੇ ਉੱਠ ਕੇ ਸਵੇਰੇ ਉੱਠਾਂ ਅਤੇ ਮੈਂ ਰਾਤੇ ਰਾਤ ਅਮੀਰ ਹੋ ਜਾ, ਠੀਕ ਹੈ। ਸਾਡਾ ਸ਼ਾਇਦ ਜਿਹੜਾ ਹੈਗਾ ਕੱਪੜੇ ਬ੍ਰਾਂਡਡ ਪਾਉਣ ਦਾ ਜਾਂ ਜਾਅਲੀ ਬ੍ਰਾਂਡ ਲੈਣ ਦਾ ਇੱਕੋ ਹੀ ਆ ਵੀ ਅਸੀਂ ਸਿਰਫ, ਕਿਉਂਕਿ ਜੇ ਬੰਦਾ ਆਪ ਬ੍ਰਾਂਡ ਆ ਉਹਨੂੰ ਮੈਨੂੰ ਲੱਗਦਾ ਨਹੀਂ ਜ਼ਿਆਦਾ ਕੱਪੜਿਆਂ ਨਾਲ ਕੋਈ ਫਰਕ ਪੈਂਦਾ, ਠੀਕ ਹੈ। ਮੈਂ ਕਹਿ ਸਕਦਾ ਵੀ ਮੈਂ ਜਿੰਨੀ ਪੱਤਰਕਾਰੀ ਕੀਤੀ ਲਗਭਗ ਮੇਰੇ ਨਾਲ ਤੁਸੀਂ ਹੁਣ 3.5 ਲੱਖ ਦੇ ਕਰੀਬ ਬੰਦੇ ਜੁੜੇ ਹੋ। ਮੈਂ ਕਦੇ ਮੈਨੂੰ ਲੱਗਦਾ ਨਹਾ ਕੇ ਵੀ ਨਹੀਂ ਕਦੇ ਪੱਤਰਕਾਰੀ ਕੀਤੀ ਵੀ ਕਦੇ ਆਹ ਵੀ ਵਾਲ ਵਾਲੇ ਅੱਜ ਦਾ ਇੱਥੇ ਹੈ, ਇਹ ਨਹੀਂ ਹੁੰਦਾ। ਤੁਸੀਂ ਲੋਕਾਂ ਨੂੰ ਕੀ ਦੇ ਰਹੇ ਹੋ, ਠੀਕ ਹੈ। ਇਹ ਨਹੀਂਗਾ ਵੀ ਤੁਹਾਨੂੰ ਗਰਮੀ ਲੱਗੀ ਜਾਂਦੀ ਹੈ ਅਤੇ ਉੱਤੋਂ ਕੋਟ ਪਾਈ ਬੈਠੇ ਹੋ ਵੀ ਹਾਂ ਯਾਰ ਮੈਂ ਇੱਥੇ ਟਾਈ ਜੀ ਲਾ ਕੇ ਸਮਾਰ ਕੇ ਕਰ ਲੈਣਾ, ਔਖਾ ਹੋਈ ਜਾਣਾ ਅੰਦਰੋਂ। ਪਰ ਲੋਕਾਂ ਨੂੰ ਅਸੀਂ ਸ਼ੋਅ ਆਫ ਵਾਲਾ ਕੰਮ ਖਤਮ ਕਰ ਦਈਏ ਅਤੇ ਕਿਤਾਬਾਂ ਨੂੰ ਆਪਦੀਆਂ ਮਿੱਤਰ ਬਣਾ ਲਈਏ ਤਾਂ ਜ਼ਿਆਦਾ ਬੈਟਰ ਹੋਊਗਾ। ਨਹੀਂ ਤਾਂ ਫਿਰ ਤੁਹਾਨੂੰ ਉਹ ਐਪਸ ਜਿਵੇਂ ਟਿਕਟੋਕ, ਅੱਜ ਕੱਲ੍ਹ ਸਨੈਪਚੈਟ, ਜਿਹੜਾ ਕਿ ਜਿਹਦੇ 'ਚ ਜਾਂ ਰੀਲਾਂ ਆ ਗਈਆਂ 15-15 ਸੈਕਿੰਡ 15 ਸੈਕਿੰਡ 'ਚ ਕੀ ਸਿੱਖਾਂਗੇ। ਸਾਡਾ ਇਹਦਾ ਮਤਲਬ ਇਹ ਹੈ ਵੀ ਸਾਡਾ ਇਹ ਮਾਈਂਡ ਇਸ ਤਰ੍ਹਾਂ ਹੋ ਗਿਆ, ਹਰ 15 ਸੈਕਿੰਡ ਬਾਅਦ ਅਸੀਂ ਨਵੀਂ ਚੀਜ਼ ਭਾਲਦੇ ਹਾਂ, ਹੈ ਨਾ। ਸੋ ਇਹ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ। ਪੰਜਾਬੀਓ ਜਿਹੜਾ ਸਾਨੂੰ ਪੜ੍ਹਨਾ ਚਾਹੀਦਾ ਅਤੇ ਅੱਗੇ ਵਧਣਾ ਚਾਹੀਦਾ। ਬਾਹਰ ਜਾਓ, ਜੁਗ ਜੁਗ ਵਸੋ, ਜਵਾਨੀਆਂ ਮਾਣੋ, ਪਰ ਫਿਰ ਵੀ ਉੱਥੇ ਵੀ ਆਏ ਨਾ ਹੋਵੇ ਵੀ ਆਪਾਂ ਇਕੱਲੇ ਦਿਹਾੜੀਦਾਰ ਹੀ ਬਣ ਗਏ। ਚੰਗਾ ਲੱਗਦਾ ਜਿਹੜਾ ਅਸੀਂ ਦੁਨੀਆ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਕਰਦੇ ਹਾਂ, ਪਰ ਚੰਗਾ ਲੱਗੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੋਕ ਅੱਛੀ ਨਜ਼ਰ ਨਾਲ ਦੇਖਣ। ਬਣੇ ਰਹੋ ਗੁਰਪ੍ਰੀਤ ਕੋਹਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਹਲੀ YouTube ਚੈਨਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ, ਤੁਹਾਡਾ ਵੀ ਧੰਨਵਾਦ।